बड़ाया पार तेरा मर्तबा, रंग प्रंग नेक ना जपन करतबा। जी अंदर जियो सबके जानदा, सबके तेरा बस तेरा कर भला। तेरे कर नंद उधाई तुद कर, मान माता तेज अपना आप जर। सर्वकला भरपूर दी सहजत कथा, नानक दास दास तुद आगे बिनवता सलूक। पवन गुरु पाणी पिता माता तरत महत, दिवस राम दुई दाई दाया खेलें सगल जग। चंगियाइयां बुरियाइयां वाटे धर्म दू, करमी अपो अपनी हे नेड़े के दूर। जिने नाम ते आया गए मशक्कत पार, नानक ते मुख उजली इति छुटी ना। नानक ते मुख उजले इति छुटी ना। वाहिगुरु जी का खालसा वाहिगुरु जी की फतेह। ਸ੍ਰੀ ਵਾਹਿਗੁਰੂ। ਮੈਂ ਇੱਕ ਦੂਜਾ ਲਿਆ ਆਵਾਜ਼ ਕੱਟ। ਵਾਹਿਗੁਰੂ ਦੋਵੇਂ ਦੂਜਾ ਮੈਂ ਇੱਕ ਲਾ ਦੇ ਲੱਗਾ ਰਹਿਣ ਦੇ। ਗੁਰੂ ਨਾਨਕ ਪਦ ਪਦ ਸਿਮਰੋ ਅੰਗਦ ਦੁਖ, ਗੁਰ ਅਮਰਦਾਸ ਆਵੋ ਹਿਰਦੈ। ਸ਼੍ਰੀ ਗੁਰੂ ਰਾਮਦਾਸ ਗੁਣ, ਗੁਰੂ ਅਰਜਨ ਬਿਘਨਨ, ਹਰ ਗੋਬਿੰਦ ਸ਼ੁਭ ਮਤ। ਸ਼੍ਰੀ ਹਰਿ ਰਾਏ ਨਮੋ ਕਰ, ਨਮੋ ਕਰ। ਸ੍ਰੀ ਹਰਿ ਕ੍ਰਿਸ਼ਨ ਮਨਾਓ, ਤੇਗ ਬਹਾਦਰ ਪਰਮ ਪਰਮ
ਸੰਗ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬੇਗਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸਰਬ ਬਿਕੈ ਸਿਮਲ ਬ੍ਰਿਖ ਸ਼ੁਕ ਮਨ ਤਜ ਅਗਿਆਨ। ਸਤਿਗੁਰ ਚਰਨ ਰਸਾਲ ਕੋ ਸੀਵ ਸਦਾ ਸੁਖ ਮਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਤਿਤ ਪਾਵਨ ਭਗਤ ਵਛਲ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਧਨਤਾ ਦੇ ਪਾਤਰ ਹੋ ਕੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਨਤਮਸਤਕ ਹੋ ਕੇ ਲਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਜਨਮ ਸਾਖੀ ਦੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਤੇ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਗਰੀਬ ਨਵਾਜ ਏਮਨਾਬਾਦ ਨਗਰ ਵਿੱਚ ਆਏ ਹਨ। ਨਗਰ ਦੀ ਦਸ਼ਾ ਵੇਖੀ ਹੈ। ਪਾਤਸ਼ਾਹ ਨੇ ਆਪਣੇ ਮੁਖਾਰ ਬਿੰਦ ਚੋਂ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ, ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ। ਇਸ ਸ਼ਬਦ ਦੀ ਵਿਚਾਰ ਆਪਾਂ ਕੱਲ ਦੀ ਕਥਾ ਵਿੱਚ ਸਰਵਣ ਕੀਤੀ ਹੈ। ਗਰੀਬ ਨਵਾਜ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਏਮਨਾਬਾਦ ਨਗਰ ਦੇ ਲੋਕਾਂ ਤੇ ਤਰਸ ਕਰਕੇ ਇੱਥੋਂ ਚੱਲਣ ਦੀ ਤਿਆਰੀ ਕੀਤੀ ਹੈ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਨੂੰ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਦੇ ਪਵਿੱਤਰ ਚਰਨਾਂ ਕਮਲਾਂ ਨਾਲ ਜੋੜੀਏ। ਗੁਰੂ ਪਾਤਸ਼ਾਹ ਦੀ ਅੰਮ੍ਰਿਤਮਈ ਕਥਾ ਸਰਵਣ ਕਰੀਏ। ਹਾਜ਼ਰੀਆਂ ਲਵਾਓ। ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਰਬ ਬਿਕੀ ਸਿਮਲ ਬ੍ਰਿਖ ਸ਼ੁਕ ਮਨ ਤਜ ਅਗਿਆਨ। ਸਤਿਗੁਰੂ ਜੀ ਦੇ ਚਰਨ ਕਮਲਾਂ ਦਾ ਮੰਗਲਾ ਚਰਨ ਮਹਾਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਕਰ ਰਹੇ ਨੇ। ਮੰਗਲਾ ਚਰਨ ਉਹ ਬੰਦਾ ਕਰਦਾ ਜਿਹੜਾ ਆਸਤਕ ਹੈ, ਪਰਮੇਸ਼ਰ ਦੀ ਹੋਂਦ ਨੂੰ ਆਪਣੇ ਇਸ਼ਟ ਨੂੰ ਮੰਨਦਾ ਹੈ।
ਜਿਹੜਾ ਨਾਸਤਕ ਹੈ ਈਸ਼ਵਰ ਦੀ ਹੋਂਦ ਤੋਂ ਮੁਨਕਰ ਹੈ, ਜਦੋਂ ਉਹ ਲਿਖਦਾ ਤੇ ਉਹ ਕਦੇ ਕਿਸੇ ਦਾ ਮੰਗਲ ਨਹੀਂ ਕਰਦਾ, ਨਾ ਆਪਣੇ ਇਸ਼ਟ ਦਾ ਨਾ ਪਰਮੇਸ਼ਰ ਦਾ। ਆਸਥਾਵਾਨ ਹਮੇਸ਼ਾ ਆਪਣੇ ਇਸ਼ਟ ਦੇਵ ਦਾ ਮੰਗਲਾਚਰਨ ਕਰਕੇ ਫਿਰ ਅੱਗੇ ਆਪਣੀ ਕਥਾ ਲਿਖਦਾ ਹੈ, ਜਾਂ ਕੁਝ ਵੀ ਲਿਖਣਾ ਹੈ ਉਹ ਅੱਗੇ ਲਿਖਣ ਦੀ ਪਰੰਪਰਾ ਤਹਿਤ ਲਿਖਦਾ ਹੈ। ਅੱਜ ਕੱਲ ਵਰਤਮਾਨ ਦੇ ਸਮੇਂ 'ਚ ਜਿਹੜੇ ਲਿਖਾਰੀ ਲਿਖਦੇ ਨੇ, ਉਹ ਜਦੋਂ ਪੁਸਤਕ ਲਿਖਦੇ ਨੇ ਤੇ ਪ੍ਰਾਰੰਭ ਵਿੱਚ ਕਿਸੇ ਵੀ ਆਪਣੇ ਇਸ਼ਟ ਦੇਵ ਦਾ ਮੰਗਲ ਨਹੀਂ ਕਰਦੇ, ਭਾਵੇਂ ਉਹ ਇਸ਼ਟ ਨੂੰ ਮੰਨਦੇ ਵੀ ਹੋਣ। ਪੱਛਮੀ ਸਭਿਅਤਾ ਦੇ ਮੁਤਾਬਕ ਲਿਖੀਆਂ ਗਈਆਂ ਪੁਸਤਕਾਂ ਦੇ ਆਧਾਰ ਤੇ ਉਸੇ ਤਰਕ ਦੇ ਉੱਤੇ ਅੱਜ ਕੱਲ ਦੇ ਲਿਖਾਰੀ ਪੁਸਤਕਾਂ ਲਿਖਣ ਲੱਗ ਪਏ ਹਨ, ਜੋ ਯੋਗ ਨਹੀਂ ਹੈ। ਗੁਰੂ ਪਾਤਸ਼ਾਹ ਨੇ ਆਪ ਜਦੋਂ ਕਿਸੇ ਰਾਗ ਦੀ ਆਰੰਭਤਾ ਕਰਨੀ ਹੁੰਦੀ ਜਾਂ ਕਿਸੇ ਸ਼ਬਦ ਦੀ ਅਸ਼ਟਪਦੀ ਦੀ ਛੰਤਾਂ ਦੀ, ਤਾਂ ਸਤਿਗੁਰੂ ਜੀ ਵੀ ਆਪਣੇ ਇਸ਼ਟ ਦੇਵ ਅਕਾਲ ਪੁਰਖ ਪਰਮੇਸ਼ਰ ਦਾ ਮੰਗਲਾਚਰਨ ਕਰਦੇ ਹਨ। ਇਸੇ ਤਰ੍ਹਾਂ ਜਿਹੜੇ ਸਤਿਗੁਰਾਂ ਦੇ ਕਵੀ ਜਨ ਹਨ, ਚਾਹੇ ਉਹ 52 ਕਵੀਆਂ ਵਿੱਚੋਂ ਕੁਝ ਕਵੀਆਂ ਦੀਆਂ ਕਵਿਤਾਵਾਂ ਲਿਖੀਆਂ ਮਿਲਦੀਆਂ ਨੇ, ਉਹਨਾਂ 'ਚ ਆਪਣੇ ਇਸ਼ਟ ਦੀ ਉਪਮਾ ਹੈ। ਇਸੇ ਤਰ੍ਹਾਂ ਚਾਹੇ ਉਹ ਇਤਿਹਾਸ ਦੇ ਗ੍ਰੰਥ ਲਿਖੇ ਗਏ, ਗੁਰਬਿਲਾਸ ਲਿਖੇ ਗਏ, ਸ਼੍ਰੀ ਗੁਰ ਸੋਭਾ ਲਿਖਿਆ ਗਿਆ, ਚਾਹੇ ਉਹ ਪੰਥ ਪ੍ਰਕਾਸ਼ ਲਿਖਿਆ ਗਿਆ, ਸੂਰਜ ਪ੍ਰਕਾਸ਼ ਲਿਖਿਆ ਗਿਆ, ਜਨਮ ਸਾਖੀਆਂ ਲਿਖੀਆਂ ਗਈਆਂ, ਉਹਨਾਂ ਸਾਰਿਆਂ ਦੇ ਪ੍ਰਾਰੰਭ ਦੇ ਵਿੱਚ ਆਪਣੇ ਇਸ਼ਟ ਦੇਵ ਦਾ ਮੰਗਲਾਚਰਨ ਕੀਤਾ ਗਿਆ। ਅੱਜ ਨਵਾਂ ਅਧਿਆਇ ਪ੍ਰਾਰੰਭ ਹੋ ਰਿਹਾ 29ਵਾਂ, ਇਸ ਕਰਕੇ ਮਹਾਕਵੀ ਜੀ ਮੰਗਲਾਚਰਨ ਕਰ ਰਹੇ ਨੇ ਆਪਣੇ ਮਾਲਕ ਦੇ ਚਰਨ ਕਮਲਾਂ ਦਾ, ਗੁਰੂ ਨਾਨਕ ਸਾਹਿਬ ਦੇ ਚਰਨ ਕਮਲਾਂ ਦਾ। ਕੀ ਕਹਿੰਦੇ ਹਨ? ਸਰਬ ਬਿਖੈ ਸਿਮਲ ਬ੍ਰਿਖ ਸੁਖ ਮਨ ਤਜ ਅਗਿਆਨ। ਹੇ ਮੇਰਿਆ ਮਨਾ, ਆ ਸੰਸਾਰ ਦੇ ਜਿਤਨੇ ਵੀ ਵਿਸ਼ੇ ਰਸ ਨੇ, ਇਹ ਸਿਮਲ ਦੇ ਬੂਟੇ ਵਾਂਗੂ ਨੇ, ਜਿਹੜਾ ਨਿਕੰਮਾ ਹੁੰਦਾ ਹੈ, ਜਿਹਦੇ ਫੁੱਲ ਤੇ ਫਲ ਖਾਣ ਦੇ ਕੰਮ ਨਹੀਂ ਆਉਂਦੇ। ਹੇ ਮੇਰਿਆ ਮਨਾ, ਤੂੰ ਸੁਖ ਨਾਮ ਹੁੰਦਾ ਤੋਤੇ ਦਾ, ਤੋਤੇ ਵਾਂਗੂ ਭਰਮ ਦੇ ਵਿੱਚ ਭੁੱਲਿਆ ਹੋਇਆ ਹੈ ਤੇ ਵਿਸ਼ੇ ਵਿਕਾਰਾਂ ਰੂਪੀ ਸਿਮਲ ਰੁੱਖ ਤੋਂ ਰਸ ਮਾਣਨਾ ਚਾਹੁੰਦਾ ਹੈ, ਜੋ ਤੈਨੂੰ ਕਦੇ ਵੀ ਪ੍ਰਾਪਤ ਨਹੀਂ ਹੋ ਸਕਦਾ। ਇਸ ਕਰਕੇ ਵਿਸ਼ੇ ਵਿਕਾਰਾਂ ਦੇ ਸਿਮਲ ਦੇ ਰੁੱਖ ਦਾ ਹੇ ਮੇਰੇ ਮਨ ਰੂਪੀ ਤੋਤੇ ਤੂੰ ਤਿਆਗ ਕਰ ਦੇ। ਸਤਿਗੁਰ ਚਰਨ ਰਸਾਲ ਕੋ ਸੀਵ ਸਦਾ ਸੁਖ ਮਾਨ। ਹੇ ਮੇਰੇ ਮਨ ਰੂਪੀ ਤੋਤਿਆ, ਗੁਰੂ ਨਾਨਕ ਸਾਹਿਬ ਦੇ ਚਰਨ ਕਮਲ ਅੰਬ ਦੇ ਫਲ ਵਾਂਗੂ ਮਿੱਠੇ ਨੇ, ਰਸ ਦਾ ਘਰ ਨੇ। ਤੂੰ ਸਿਮਲ ਰੁੱਖ ਨੂੰ ਛੱਡ ਕੇ, ਵਿਸ਼ੇ ਵਿਕਾਰਾਂ ਨੂੰ ਛੱਡ ਕੇ ਗੁਰੂ ਨਾਨਕ ਸਾਹਿਬ ਦੇ ਚਰਨ ਕਮਲਾਂ ਦਾ ਰਸ ਲੈ, ਜਿੱਥੋਂ ਤੈਨੂੰ ਸਾਰ ਸੁਖ ਦੀ ਔਰ ਸदैवी ਸੁਖ ਦੀ ਪ੍ਰਾਪਤੀ ਹੋਵੇਗੀ। ਚੋਪਈ ਬੈਠੇ ਹੋਤੇ ਪ੍ਰਭੂ ਗੁਣ ਖਾਨੀ। ਗੁਣਾਂ ਦੀ ਖਾਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਸਨ। ਮਰਦਾਨਾ ਤਬ ਬੋਲਿਓ ਬਾਣੀ। ਭਾਈ ਸਾਹਿਬ ਭਾਈ ਮਰਦਾਨਾ ਜੀ ਦੇ ਮਨ 'ਚ ਕੁਝ ਸੰਦੇਹ ਆਇਆ ਹੈ, ਇਸ ਕਰਕੇ ਸਤਿਗੁਰਾਂ ਨੂੰ ਪੁੱਛਦਿਆਂ ਹੋਇਆਂ ਬੋਲੇ, ਆਪ ਪੁਰਾਪੁਰ ਮੈਂ ਜਬ ਆਏ। ਇਹ ਗਰੀਬ ਨਵਾਜ, ਆਪ ਜੀ ਜਦੋਂ ਪਹਿਲਾਂ ਇਸ ਨਗਰ ਏਮਨਾਬਾਦ ਵਿੱਚ ਚੱਲ ਕੇ ਆਏ ਸੀ, ਸੰਤ ਸੰਗ ਬੈਠੇ ਏ ਥਾਏ। ਇੱਥੇ ਕੁਝ ਸੰਤ ਕੁਝ ਮਹਾਤਮਾ ਤੁਹਾਡੇ ਪਾਸ ਆ ਕੇ ਬੈਠੇ ਸਨ। ਪਿੱਛੇ ਆਪ ਜੀ ਨੇ ਕਥਾ ਸੁਣੀ ਹੈ ਕਿ ਜਦੋਂ ਸਤਿਗੁਰੂ ਜੀ ਪਹਿਲਾਂ ਆਏ ਹਨ ਬਾਬਰ ਦੇ ਹਮਲੇ ਤੋਂ ਏਮਨਾਬਾਦ ਨਗਰ ਵਿੱਚ, ਦੋ ਮਹਾਤਮਾ ਮਹਾਂਪੁਰਸ਼ ਮਹਾਰਾਜ ਜੀ ਦੇ ਕੋਲ ਆਣ ਕੇ ਇੱਥੇ ਬੈਠੇ ਸਨ। ਭਾਈ ਸਾਹਿਬ ਉਹ ਬਚਨ ਚੇਤੇ ਕਰਾ ਰਹੇ ਨੇ, ਮਹਾਰਾਜ ਜੀ ਉਹ ਦੋ ਮਹਾਤਮਾ, ਦੋ ਫਕੀਰ ਆਪ ਜੀ ਦੇ ਚਰਨਾਂ ਵਿੱਚ ਆ ਕੇ ਇਸ ਜਗ੍ਹਾ ਤੇ ਬੈਠੇ ਸਨ। ਹਿਤ ਆਹਾਰ ਕੇ ਜਾਚਨ ਗਵਨੇ। ਉਹ ਜਦੋਂ ਭੋਜਨ ਮੰਗਣ ਵਾਸਤੇ ਏਮਨਾਬਾਦ ਨਗਰ ਵਿੱਚ ਗਏ ਸੀ, ਮੈਂ ਵੀ ਉਹਨਾਂ ਦੇ ਨਾਲ ਗਿਆ ਸਾਂ। ਫਿਰੇ ਪਠਾਨਨ ਕੇ ਤਬ ਭਵਨੇ। ਏਮਨਾਬਾਦ ਦੇ ਨਗਰ ਦੇ ਰਹਿਣ ਵਾਲੇ ਨਾ ਪਠਾਣਾ ਦੇ ਘਰਾਂ ਵਿੱਚ ਉਹ ਫਕੀਰ ਸਾਰੇ ਘਰਾਂ ਵਿੱਚ ਜਾ ਕੇ ਮੰਗਦੇ ਰਹੇ। ਸਾਰੇ ਪਠਾਣਾ ਕੋਲੋਂ ਜਾ ਕੇ ਉਹਨਾਂ ਨੇ ਭੋਜਨ ਦੀ ਮੰਗ ਕੀਤੀ। ਦੇਖ ਛੁਦਾ ਤੁਰ ਕਿਨਹੋ ਨਾ ਦੀਨੋ। ਸਾਰੇ ਪਠਾਨ ਇੰਨੇ ਨਿਰਦਈ ਸਨ ਕਿ ਇਹਨਾਂ ਨੇ ਉਹਨਾਂ ਫਕੀਰਾਂ ਦੀ ਦਸ਼ਾ ਵੇਖ ਕੇ ਵੀ ਭੁੱਖੇ ਨੇ, ਕਿਸੇ ਨੇ ਭੋਜਨ ਨਹੀਂ ਦਿੱਤਾ। ਹਾਲਾਂਕਿ ਗ੍ਰਸਤੀ ਦਾ ਧਰਮ ਹੈ,
ਜੇ ਗ੍ਰਸਤੀ ਦੇ ਦਰਵਾਜ਼ੇ ਤੇ ਆ ਕੇ ਕੋਈ ਫਕੀਰ ਅਲਖ ਜਗਾਵੇ ਤਾਂ ਗ੍ਰਸਤੀ ਨੂੰ ਚਾਹੀਦਾ ਹੈ ਕਿ ਉਹਨੂੰ ਭੋਜਨ ਛਕਾਵੇ, ਉਹਦੇ ਜਲ ਪਾਣੀ ਦਾ ਪ੍ਰਬੰਧ ਕਰੇ। ਗ੍ਰਸਤੀ ਦਾ ਧਰਮ ਹੁੰਦਾ ਹੈ। ਪਰ ਇਹਨਾਂ ਪਠਾਣਾ ਨੇ ਐਸਾ ਨਹੀਂ ਕੀਤਾ, ਉਹਨਾਂ ਫਕੀਰਾਂ ਨੂੰ ਭੋਜਨ ਨਹੀਂ ਛਕਾਇਆ। ਬੋਰੋ ਮਿਲਿਓ ਦੁਖਦ ਮਤ ਹੀਨੋ, ਫਿਰ ਇਹੋ ਜੇ ਦੁੱਖ ਦੇਣ ਵਾਲੀ ਮਤ ਦੇ ਹੀਣੇ ਲੋਕ ਸਨ ਇਹ ਪਠਾਣ। ਭਈ ਅਵਗਿਆ ਥੋਰਨ ਪਾਸੂ, ਉਹਨਾਂ ਨੇ ਉਹਨਾਂ ਫਕੀਰਾਂ ਦੀ ਅਵਗਿਆ ਕੀਤੀ ਸੀ, ਮੈਨੂੰ ਧੱਕਾ ਮਾਰਿਆ ਸੀ। ਇਹ ਪਾਪ ਇਹਨਾਂ ਨਗਰ ਨਿਵਾਸੀਆਂ ਕੋਲੋਂ ਹੋਇਆ ਸੀ। ਮਹਾਰਾਜ ਜਿਹੜੀ ਭੁੱਲ ਕੀਤੀ ਸੀ ਉਹ ਤਾਂ ਥੋੜੇ ਬੰਦਿਆਂ ਨੇ ਕੀਤੀ ਸੀ। ਅਵਗਿਆ ਉਹਨਾਂ ਮਹਾਂਪੁਰਸ਼ਾਂ ਦੀ ਫਕੀਰਾਂ ਦੀ ਕੁਝ ਕੁ ਬੰਦਿਆਂ ਨੇ ਕੀਤੀ ਸੀ। ਮਿਲਿਓ ਸਰਬਪੁਰ ਕੋ ਦੁਖ ਰਾਸੂ, ਪਰ ਮੈਂ ਹੈਰਾਨ ਆ ਕਿ ਸਜ਼ਾ ਸਾਰੇ ਨਗਰ ਨੂੰ ਕਿਉਂ ਮਿਲੀ। ਮਹਾਰਾਜ ਜੀ ਅਵਗਿਆ ਤਾਂ ਕੁਝ ਕੁ ਬੰਦਿਆਂ ਨੇ, ਪਰਿਵਾਰ ਦੇ ਲੋਕਾਂ ਨੇ ਕੀਤੀ ਸੀ ਉਹਨਾਂ ਫਕੀਰਾਂ ਦੀ, ਪਰ ਸਜ਼ਾ ਮਹਾਰਾਜ ਜੀ ਸਾਰੇ ਨਗਰ ਨੂੰ ਮਿਲੀ ਹੈ। ਸਾਰਾ ਨਗਰ ਹੀ ਬਾਬਰ ਨੇ ਉਜਾੜ ਕੇ ਰੱਖ ਦਿੱਤਾ ਹੈ। ਅਸਮੰਜਸ ਮੈਂ ਲਖ ਮਨ ਮਾਈ, ਮਹਾਰਾਜ ਅਸਮੰਜਸ ਬਾਤ ਮੈਂ ਆਪਣੇ ਮਨ ਦੇ ਵਿੱਚ ਜਾਣਦਾ ਵੀ ਐਸਾ ਕਿਉਂ ਹੋਇਆ ਹੈ। ਕਰਮ ਥੋੜੇ ਬੰਦਿਆਂ ਨੇ ਕੀਤਾ ਮਾੜਾ, ਸਜ਼ਾ ਸਾਰੇ ਨਗਰ ਨੂੰ ਪ੍ਰਾਪਤ ਹੋਈ ਹੈ। ਬੂਜਨ ਕੀਨ ਆਪ ਕੇ ਪਾਹੀ, ਮੇਰੇ ਮਨ ਵਿੱਚ ਇਹ ਸੰਦੇਹ ਆਇਆ ਹੈ, ਇਸ ਕਰਕੇ ਹੇ ਗਰੀਬ ਨਵਾਜ ਪਾਤਸ਼ਾਹ ਮੈਂ ਤੁਹਾਡੇ ਪਾਸੋਂ ਇਹ ਪੁੱਛ ਰਿਹਾ, ਆਪ ਜੀ ਕਿਰਪਾ ਕਰਕੇ ਮੇਰੇ ਸੰਸ਼ੇ ਦੀ ਨਿਵਰਤੀ ਕਰੋ। ਦੋਹਰਾ ਸੁਨ ਮਰਦਾਨੇ ਨਗਰ ਜਿਸ ਸੰਤ ਅਤਿਥੀ ਚੱਲ ਜਾਏ। ਮਹਾਰਾਜ ਜੀ ਕਹਿੰਦੇ ਮਰਦਾਨਿਆਂ, ਅਗਰ ਕਿਸੇ ਨਗਰ ਵਿੱਚ ਕੋਈ ਸੰਤ, ਕੋਈ ਅਤਿਥੀ, ਕੋਈ ਲੋੜਵੰਦ ਅਭਿਆਗਤ ਭੁੱਖਾ ਚੱਲ ਕੇ ਆਵੇ, ਸੇਵਾ ਹੋਏ ਨਾ ਤਾਹੇ ਕੀ ਸਭ ਹਿਨ ਪਾਪ ਲਗਾਏ। ਸਾਰੇ ਨਗਰ ਦਾ ਕਰਤੱਵ ਬਣਦਾ ਹੈ ਕਿ ਉਸ ਆਏ ਹੋਏ ਅਤਿਥੀ ਮਹਾਤਮਾ ਦੀ ਸੇਵਾ ਟਹਿਲ ਕਰਨੀ। ਇਹ ਸਾਰੇ ਨਗਰ ਦਾ ਧਰਮ ਹੁੰਦਾ। ਨਗਰ ਦੇ ਵਿੱਚ ਕੋਈ ਅਤਿਥੀ ਆਵੇ, ਕੋਈ ਮਹਾਤਮਾ ਆਵੇ, ਕੋਈ ਅਭਿਆਗਤ ਆਵੇ, ਨਗਰ ਦਾ ਕਰਤੱਵ ਬਣਦਾ ਹੈ ਕਿ ਉਹਦੇ ਭੋਜਨ ਦਾ, ਉਹਦੀ ਸੇਵਾ ਦਾ ਪ੍ਰਬੰਧ ਕਰੇ। ਜੇ ਨਹੀਂ ਕਰਦੇ ਤੇ ਫਿਰ ਸਾਰਾ ਨਗਰ ਹੀ ਪਾਪਾਂ ਦਾ ਭਾਗੀਦਾਰ ਹੈ। ਜੇ ਕਿਸੇ ਮਹਾਤਮਾ ਦੀ ਨਗਰ 'ਚ ਸੇਵਾ ਨਹੀਂ ਹੋਈ, ਟਹਿਲ ਨਹੀਂ ਹੋਈ, ਪਤਾ ਵੀ ਕੋਈ ਆਇਆ ਹੈ, ਨਾ ਪਤਾ ਹੋਵੇ ਤਾਂ ਗੱਲ ਵੱਖਰੀ ਹੈ। ਪਤਾ ਹੈ ਵੀ ਕੋਈ ਮਹਾਤਮਾ, ਕੋਈ ਅਭਿਆਗਤ ਭੁੱਖਾ ਆਇਆ ਤੇ ਉਹਨੂੰ ਭੋਜਨ ਨਹੀਂ ਮਿਲਿਆ ਸਾਡੇ ਨਗਰ 'ਚੋਂ, ਤੇ ਦੂਸਰਾ ਵੀ ਕੋਈ ਜਾ ਕੇ ਸੇਵਾ ਟਹਿਲ ਨਾ ਕਰੇ, ਫਿਰ ਉਹ ਵੀ ਪਾਪਾਂ ਦਾ ਭਾਗੀਦਾਰ ਹੋਇਆ ਕਿ ਨਾ ਹੋਇਆ। ਜਾਣਦਾ ਹੋਇਆ ਵੀ ਸੇਵਾ ਨਾ ਕਰੇ। ਹਾਂਜੀ, ਚੋਪਈ ਜਾਨੋ ਗ੍ਰਸਤ ਧਰਮ ਸ਼ੁਭ ਏਹੂ। ਮਰਦਾਨਿਆ ਜਿਹੜਾ ਗ੍ਰਸਤ ਧਰਮ ਦਾ ਸ਼ੁਭ ਕਰਮ ਹੈ ਨਾ, ਗ੍ਰਸਤ ਆਸ਼ਰਮ ਦਾ ਜਿਹੜਾ ਸ਼ੁਭ ਕਰਮ ਹੈ, ਆਏ ਅਤਿਥੀ ਕੀ ਸੇਵ ਕਰੇ ਹੋ। ਉਹ ਸ਼ੁਭ ਕਰਮ ਇਹ ਹੈ ਕਿ ਜੇ ਗ੍ਰਸਤੀ ਦੇ ਘਰ ਦੇ ਵਿੱਚ ਕੋਈ ਅਤਿਥੀ ਆਉਂਦਾ ਹੈ, ਕੋਈ ਪ੍ਰਾਹੁਣਾ ਆਉਂਦਾ ਹੈ, ਕੋਈ ਮਹਾਤਮਾ, ਕੋਈ ਸੰਤ ਚੱਲ ਕੇ ਆਉਂਦਾ ਹੈ, ਜਥਾ ਸ਼ਕਤ ਤੈ ਆਦਰ ਕਰਈ। ਉਸ ਗ੍ਰਸਤੀ ਦਾ ਧਰਮ ਬਣਦਾ ਹੈ ਕਿ ਆਪਣੇ ਘਰ ਆਏ ਹੋਏ ਉਸ ਅਭਿਆਗਤ ਦੀ, ਉਸ ਫਕੀਰ ਦੀ, ਉਸ ਭੁੱਖੇ ਵਿਅਕਤੀ ਦੀ ਜਥਾ ਸ਼ਕਤ ਟਹਿਲ ਕਰੇ, ਜਥਾ ਸ਼ਕਤ ਉਹਦਾ ਆਦਰ ਤੇ ਸਤਕਾਰ ਕਰੇ। ਦੇ ਆਹਾਰ ਮ੍ਰਿਦ ਬਚਨ ਉਚਰਈ, ਔਰ ਉਹਨੂੰ ਭੋਜਨ ਛਕਾਵੇ ਤੇ ਨਾਲੇ ਮਿੱਠਾ ਬੋਲੇ। ਭੋਜਨ ਛਕਾਵੇ ਤੇ ਨਾਲੇ ਮਿੱਠਾ ਬੋਲੇ। ਸਾਡੇ ਆਮ ਸਮਾਜ ਵਿੱਚ ਵੇਖਣ ਚ ਆਉਂਦਾ ਹੈ, ਕੋਈ ਘਰ ਵਿੱਚ ਮੰਗਤਾ ਭੋਜਨ ਮੰਗਣ ਆ ਜੇ, ਭੋਜਨ ਦੇ ਵੀ ਦੇਣਾ, ਦੋ ਰੋਟੀਆਂ ਦੇ ਵੀ ਦੇਣੀਆਂ, ਨਾਲੇ ਕਈ ਕੁਝ ਬੋਲ ਕੇ ਸੁਣਾ ਦੇਣਾ, ਵਿਹਲੇ ਟੁਰੇ ਫਿਰਦੇ ਹੋ, ਕੰਮ ਕਰ ਲਿਆ ਕਰੋ ਕੋਈ। ਏਦਾਂ ਕਹਿ ਕੇ ਭੋਜਨ, ਮਹਾਰਾਜ ਜੀ ਕਹਿੰਦੇ ਕੋਈ ਭੁੱਖਾ ਆ ਕੇ ਦੋ ਪ੍ਰਸ਼ਾਦੇ ਮੰਗ ਲਵੇ, ਉਹਨੂੰ ਪਿਆਰ ਨਾਲ ਭੋਜਨ ਛਕਾਓ ਤੇ ਫਿਰ ਉਹਦੇ ਨਾਲ ਪ੍ਰੇਮ ਭਾਵ ਨਾਲ ਬੋਲੋ। ਧਰਮਹੀਨ ਏ ਖਾਨ ਦੁਸ਼ਟ ਮਤ। ਇਹ ਜਿਹੜੇ ਏਮਨਾਬਾਦ ਨਗਰ ਦੇ ਖਾਨ ਸਨ, ਇਹੋ ਜਿਹੇ ਧਰਮ ਤੋਂ ਵੀ ਹੋਣੇ ਸਨ, ਇਹ ਸ਼ੁਭ ਮਤ ਤੋਂ ਹੀਣੇ ਸਨ। ਇਹਨਾਂ ਨੇ ਪ੍ਰਸ਼ਾਦਾ ਤਾਂ ਕੀ ਛਕਾਣਾ ਸੀ, ਉਹਨਾਂ ਫਕੀਰਾਂ ਨੂੰ ਧੱਕੇ ਮਾਰੇ ਆਪਣੇ ਘਰਾਂ ਚੋਂ, ਧੱਕੇ ਮਾਰ ਕੇ ਉਹਨਾਂ ਦੀ ਖਿੱਲੀ ਉਡਾਈ, ਉਹਨਾਂ ਦਾ ਮਖੌਲ ਉਡਾ ਕੇ ਉਹਨਾਂ ਨੂੰ ਆਪਣੇ ਘਰਾਂ ਵਿੱਚੋਂ ਕੱਢਿਆ। ਤੇ ਮਰਦਾਨਿਆਂ,
ਮਹਾਂਪੁਰਸ਼ਾਂ ਸਾਧੂਆਂ ਦੀ ਖਿੱਲੀ ਉਡਾਣ ਵਾਲਿਆਂ ਦੀ ਐਸੀ ਦਸ਼ਾ ਹੁੰਦੀ ਹੈ। ਸੰਤਨ ਸਿੱਧੀ ਮਸ਼ਕਰੀ ਕੁਲ ਕੋ ਦੇਵੈ ਗਾਲ। ਸਾਧੂਆਂ ਨਾਲ ਕੀਤੀ ਹੋਈ ਮਸ਼ਕਰੀ ਜਿਹੜੀ ਹੈ ਨਾ, ਉਹ ਕੁੱਲਾਂ ਨੂੰ ਗਾਲ ਕੇ ਰੱਖ ਦਿੰਦੀ ਹੈ। ਪ੍ਰਭਤਾ ਮਦ ਮੈਂ ਭਈ ਅੰਧ ਅਤ। ਇਹ ਆਪਣੀ ਪ੍ਰਭਤਾ ਤੇ ਵਡਿਆਈ ਦੇ ਹੰਕਾਰ ਦੇ ਵਿੱਚ ਮਤ ਕਰਕੇ ਅੰਨੇ ਹੋਏ ਫਿਰਦੇ ਸਨ। ਮਤ ਕਰਕੇ ਅੰਨੇ ਹੋਏ ਫਿਰਦੇ ਸਨ। ਕਹਿਰ ਉਚਿਤ ਤੇ ਕਹਿਰ ਪਰਿਓ। ਇਹਨਾਂ ਦੇ ਆਪਣੇ ਕਰਮਾਂ ਦੀ ਸਜ਼ਾ ਮਿਲੀ। ਐਸਾ ਨਹੀਂ ਵੀ ਕਰਮ ਕੁਝ ਕਾਨੇ ਕੀਤਾ ਤੇ ਸਜ਼ਾ ਸਾਰੇ ਨਗਰ ਨੂੰ ਮਿਲੀ ਹੈ। ਮਰਦਾਨਿਆਂ ਇਹਨਾਂ ਸਾਰਿਆਂ ਦੇ ਆਪਸ ਵਿੱਚ ਕਰਮ ਮਿਲੇ ਹੋਏ ਸਨ। ਸਭ ਨੂੰ ਆਪੋ ਆਪਣੇ ਕੀਤੇ ਕਰਮਾਂ ਦਾ ਹੀ ਫਲ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੇ ਭੁਗਤਾਇਆ ਹੈ। ਸਦਾ ਖੁਦਾਈ ਵਿਸਾਰ ਰਹੇ ਉਰ। ਇਹ ਰੱਬ ਨੂੰ ਵਿਸਾਰ ਕੇ ਇਸ ਨਗਰ 'ਚ ਰਹਿ ਰਹੇ ਸਨ। ਇਹਨਾਂ ਨੂੰ ਰੱਬ ਚੇਤੇ ਨਹੀਂ ਸੀ, ਪਰਮੇਸ਼ਰ ਯਾਦ ਨਹੀਂ ਸੀ। ਆਪ ਹੁਦਰੀਆਂ ਵਿੱਚ ਮਸਤ ਸਨ। ਮਨਮੁਖਾਂ ਵਾਲੇ ਕੰਮ, ਸਾਖਤਾਂ ਤੇ ਦੁਰਜਨਾਂ ਵਾਲੇ ਭੈੜੇ ਕਰਮ ਇਹ ਲੋਕ ਕਰ ਰਹੇ ਸਨ। ਮਰਦਾਨੇ ਕੇ ਮਨ ਸੰਦੇਹੂ। ਜਦੋਂ ਮਹਾਰਾਜ ਜੀ ਨੇ ਬਚਨ ਕਹੇ, ਪਾਤਸ਼ਾਹ ਦੇ ਬਚਨ ਸੁਣ ਕੇ ਭਾਈ ਮਰਦਾਨਾ ਜੀ ਦਾ ਮਨ ਪੂਰਾ ਸਾਫ਼ ਨਹੀਂ ਹੋਇਆ। ਯਾਨੀ ਕਿ ਫਿਰ ਵੀ ਮਨ 'ਚ ਨਾ ਥੋੜਾ ਜਿਹਾ ਸੰਦੇਹ ਜਿਹੜਾ ਸੀ ਉਹ ਰਹਿ ਗਿਆ, ਪੂਰੀ ਨਿਰਵਿਰਤੀ ਨਹੀਂ ਹੋਈ। ਕੁਛ ਕਰਿਓ ਪਰ ਬੋਲ ਨਾ ਕੇਹੂ। ਥੋੜਾ ਜਿਹਾ ਸੰਦੇਹ ਹਾਲੇ ਵੀ ਮਨ 'ਚ ਬਾਕੀ ਰਿਹਾ ਭਾਈ ਮਰਦਾਨੇ ਦੇ, ਪਰ ਬੋਲੇ ਨਹੀਂ ਕੁਝ। ਸਤਿਗੁਰੂ ਜੀ ਨੂੰ ਦੁਬਾਰਾ ਬੋਲ ਕੇ ਕੁਝ ਨਹੀਂ ਆਖਿਆ। ਸ਼੍ਰੀ ਨਾਨਕ ਤੈਂ ਉਰ ਕੀ ਜਾਨੀ। ਪੂਰਾ ਗੁਰੂ ਜਿਹੜਾ ਹੈ, ਸਰਬੱਗ ਗੁਰੂ ਆਪਣੇ ਸੇਵਕ ਦੇ ਹਿਰਦੇ 'ਚ ਸੰਸਾ ਰਹਿਣ ਨਹੀਂ ਦਿੰਦਾ। ਕਿਉਂਕਿ ਜੇ ਕਿਤੇ ਸੇਵਕ ਦੇ ਹਿਰਦੇ 'ਚ ਥੋੜੇ ਜਿੰਨਾ ਵੀ ਸੰਸਾ ਰਹਿ ਗਿਆ, ਉਸ ਸੰਸੇ ਕਰਕੇ ਉਹਦੇ ਹਿਰਦੇ 'ਚੋਂ ਵਿਸ਼ਵਾਸ ਤੇ ਸ਼ਰਧਾ ਟੁੱਟ ਜਾਏਗੀ। ਜੇ ਸ਼ਰਧਾ ਟੁੱਟ ਗਈ ਤੇ ਫਿਰ ਸਿੱਖੀ ਤੋਂ ਦੂਰ ਹੋ ਜਾਏਗਾ। ਇਸ ਕਰਕੇ ਮਹਾਰਾਜ ਜੀ ਸਰਬੱਗ ਨੇ ਆਪਣਿਆਂ ਸੇਵਕਾਂ ਦੇ ਹਿਰਦੇ 'ਚ ਰੰਚਕ ਭਰ ਵੀ ਸੰਸਾ ਨਹੀਂ ਰਹਿਣ ਦਿੰਦੇ। ਭਾਈ ਸਾਹਿਬ ਦੇ ਮਨ ਦੇ ਅੰਦਰ ਦੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਾਣ ਗਏ। ਬਿਨ ਸੰਸੇ ਕਰ ਬੇਬਿਦ ਠਾਨੀ। ਭਾਈ ਮਰਦਾਨੇ ਦੇ ਮਨ ਨੂੰ ਸੰਸਾ ਰਹਿਤ ਕਰਨ ਵਾਸਤੇ ਕਿ ਇਹ ਸ਼ੰਕੇ ਤੋਂ ਰਹਿਤ ਹੋ ਜਾਵੇ, ਇਹਨਾਂ ਦੇ ਹਿਰਦੇ 'ਚੋਂ ਸੰਦੇਹ ਸੰਪੂਰਨ ਰੂਪ ਵਿੱਚ ਸਮਾਪਤ ਹੋ ਜਾਵੇ, ਉਹਦੇ ਵਾਸਤੇ ਪਾਤਸ਼ਾਹ ਨੇ ਇੱਕ ਕੌਤਕ ਰਚਿਆ। ਕਿਤਕ ਸਮਾਂ ਜਬ ਬੈਠ ਬਿਤਾਵਾ। ਪਾਤਸ਼ਾਹ ਕੁਝ ਸਮਾਂ ਬੈਠੇ ਰਹੇ ਇਸੇ ਤਰ੍ਹਾਂ ਅਡੋਲ। ਮਰਦਾਨੇ ਤਬ ਆਲਸ ਆਵਾ। ਬੈਠਿਆਂ ਬੈਠਿਆਂ ਭਾਈ ਸਾਹਿਬ ਜੀ ਨੂੰ ਨੀਂਦ ਆ ਗਈ। ਭਾਈ ਮਰਦਾਨੇ ਨੂੰ ਸਤਿਗੁਰੂ ਜੀ ਕੁਝ ਸਮਾਂ ਅਡੋਲ ਬੈਠ ਗਏ। ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਨੀਂਦ ਆ ਗਈ। ਸੋਏ ਰਿਓ ਤਬ ਪਿਕ ਜਗ ਸਾਈ। ਭਾਈ ਸਾਹਿਬ ਜੀ ਲੇਟ ਗਏ ਤੇ ਸਤਿਗੁਰੂ ਜਗਤ ਸਾਈ ਨੇ ਵੇਖਿਆ ਕਿ ਭਾਈ ਮਰਦਾਨਾ ਜੀ ਨੀਂਦ ਵਸ ਹੋ ਗਏ ਨੇ। ਇਹਨਾਂ ਦੇ ਮਨ ਦੇ ਸੰਸੇ ਦੀ ਨਿਰਵਿਰਤੀ ਕਰਨ ਦਾ ਤਰੀਕਾ ਵਰਤੀਏ। ਜਗਤ ਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਖੇਡ ਰਚੀ। ਮధుਰ ਬੂੰਦ ਇੱਕ ਉਦਰ ਪਵਾਈ। ਪਾਤਸ਼ਾਹ ਨੇ ਕੀ ਕੀਤਾ, ਭਾਈ ਬਾਲਾ ਜੀ ਨੂੰ ਆਖਿਆ, ਭਾਈ ਬਾਲਾ ਜੀ ਸ਼ਹਿਦ ਦੀ ਇੱਕ ਬੂੰਦ ਭਾਈ ਮਰਦਾਨੇ ਦੇ ਪੇਟ ਦੇ ਉੱਤੇ ਪਾ ਦਿਓ। ਭਾਈ ਸਾਹਿਬ ਜੀ ਲੇਟੇ ਹੋਏ ਸੁੱਤੇ ਪਏ ਸਨ, ਨਿੰਦਰਾਵਾਸ ਸਨ। ਮਹਾਰਾਜ ਜੀ ਦਾ ਬਚਨ ਮੰਨ ਕੇ ਭਾਈ ਬਾਲਾ ਜੀ ਨੇ ਇੱਕ ਸ਼ਹਿਦ ਦੀ ਬੂੰਦ ਉਹ ਭਾਈ ਮਰਦਾਨੇ ਦੇ ਪੇਟ ਉੱਤੇ ਪਾ ਦਿੱਤੀ। ਤੈਂ ਸੁਗੰਧ ਕਰ ਕੀਟੀ ਆਈ। ਹੁਣ ਉਸ ਮਿੱਠੇ ਦੀ ਸੁਗੰਧੀ ਕਰਕੇ ਉੱਥੇ, ਕਿਉਂਕਿ ਬਾਹਰ ਕੱਚਾ ਥਾਂ ਸੀ, ਸੁਗੰਧੀ ਕਰਕੇ ਮਿੱਠੇ ਦੀ ਕੁਝ ਕੀੜੀਆਂ ਉਹ ਇਕੱਠੀਆਂ ਹੋ ਕੇ ਭਾਈ ਸਾਹਿਬ ਦੇ ਪੇਟ ਤੇ ਆ ਗਈਆਂ। ਭਾਈ ਬਹੁਤ ਇਕੱਠੀ ਤੈਂ ਠਾਈ। ਹੁਣ ਵੇਖਦਿਆਂ ਕੀੜੀਆਂ ਦਾ ਗੁੱਛਾ ਇਕੱਠਾ ਹੋ ਗਿਆ ਭਾਈ ਸਾਹਿਬ ਦੇ ਪੇਟ ਤੇ। ਸ਼ਹਿਦ ਖਾਣ ਵਾਸਤੇ, ਉਹ ਮਿੱਠਾ ਖਾਣ ਵਾਸਤੇ ਬਹੁਤ ਸਾਰੀਆਂ ਕੀੜੀਆਂ ਇਕੱਠੀਆਂ ਹੋ ਗਈਆਂ। ਇੱਕ ਪਪੀਲ ਕਾ ਕਾਟਿਓ ਜਬਈ। ਉਹਨਾਂ ਕੀੜੀਆਂ ਵਿੱਚੋਂ ਕਿਸੇ ਇੱਕ ਕੀੜੀ ਨੇ ਭਾਈ ਮਰਦਾਨੇ ਦੇ ਪੇਟ ਉੱਤੇ ਚੱਕ ਮਾਰ ਦਿੱਤਾ, ਕੱਟ ਲਿਆ, ਵੱਢ ਲਿਆ ਭਾਈ ਸਾਹਿਬ ਦੇ ਪੇਟ ਨੂੰ। ਜਾਗ ਮਲੀ ਮਰਦਾਨੇ ਸਭਈ। ਜਦੋਂ ਇੱਕਦਮ ਕੱਟਿਆ ਤੇ ਭਾਈ ਸਾਹਿਬ ਨੇ ਅੱਖਾਂ ਖੋਲੀਆਂ, ਛੇਤੀ ਨਾਲ ਸਾਰੀਆਂ ਹੀ ਕੀੜੀਆਂ ਮਲ ਦਿੱਤੀਆਂ ਪੇਟ ਤੇ। ਜਿਹੜੀਆਂ ਉਹ ਪੇਟ ਦੇ ਵਿੱਚ ਕੱਟਿਆ ਤਾਂ ਇੱਕ ਕੀੜੀ ਨੇ ਸੀ,
ਉਹ ਸਾਰੀਆਂ ਹੀ ਕੀੜੀਆਂ ਆਪਣੇ ਹੱਥ ਨਾਲ ਮਰਦ ਕੇ ਮਾਰ ਦਿੱਤੀਆਂ। ਮਰੀ ਸਰਬ ਪੁੰਨ ਲੱਗਿਓ ਨਿਹਾਰਨ। ਜਦੋਂ ਮਰ ਗਈਆਂ ਸਾਰੀਆਂ ਤੇ ਫਿਰ ਪਤਾ ਲੱਗਾ ਵੀ ਇਹ ਤਾਂ ਕੀੜੀਆਂ ਨੇ। ਆਪਣੇ ਪੇਟ ਨੂੰ ਚੰਗੀ ਤਰ੍ਹਾਂ ਵੇਖਣ ਲੱਗੇ ਤੇ ਝਾੜਨ ਲੱਗੇ। ਤਬ ਸ਼ਿਰ ਗੁਰ ਕੀਏ ਬਚਨੀ ਉਚਾਰਨ। ਭਾਈ ਮਰਦਾਨਾ ਜੀ ਵੱਲ ਵੇਖ ਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਾਟਿਓ ਏਕ ਬਹੁਤ ਤੈ ਮਾਰੀ। ਮਹਾਰਾਜ ਜੀ ਕਹਿੰਦੇ, ਮਰਦਾਨਿਆ ਉਹ ਆ ਕੀ ਕੀਤਾ? ਕੱਟਿਆ ਤਾਂ ਇੱਕ ਕੀੜੀ ਨੇ ਸੀ, ਤੂੰ ਮਾਰ ਸਾਰੀਆਂ ਹੀ ਦਿੱਤੀਆਂ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਸਾਹਿਬ ਦੇ ਮਨ ਦਾ ਸੰਦੇਹ ਨਿਵਾਰਨਾ ਸੀ। ਮਹਾਰਾਜ ਜੀ ਨੂੰ ਪੁੱਛਿਆ ਨਾ ਵੀ ਮਹਾਰਾਜ, ਮਹਾਂਪੁਰਸ਼ਾਂ ਫਕੀਰਾਂ ਦੀ ਬੇਇੱਜ਼ਤੀ ਜਾਂ ਉਹਨਾਂ ਦਾ ਨਿਰਾਦਰ ਤਾਂ ਕੁਝ ਕੁ ਪਠਾਣਾ ਨੇ ਕੀਤਾ ਸੀ, ਨਗਰ ਸਾਰਾ ਹੀ ਉਜਾੜ ਦਿੱਤਾ, ਐਸਾ ਕਿਉਂ? ਮਹਾਰਾਜ ਜੀ ਹੁਣ ਪੁੱਛਦੇ ਉਹੀ ਸਵਾਲ ਭਾਈ ਮਰਦਾਨੇ ਨੂੰ। ਮਹਾਰਾਜ ਜੀ ਕਹਿੰਦੇ, ਮਰਦਾਨਿਆ ਵੱਡਿਆ ਤਾਂ ਇੱਕ ਕੀੜੀ ਨੇ ਸੀ ਤੇ ਤੈਂ ਮਾਰ ਸਾਰੀਆਂ ਹੀ ਦਿੱਤੀਆਂ ਨੇ, ਐਸਾ ਕਿਉਂ ਕੀਤਾ? ਮਰਦਾਨੇ ਉਰ ਲਿਓ ਵਿਚਾਰੀ। ਭਾਈ ਮਰਦਾਨਾ ਜੀ ਆਪਣੇ ਹਿਰਦੇ 'ਚ ਇਸ ਗੱਲ ਨੂੰ ਵਿਚਾਰ ਲਵੋ। ਦੋਹਰਾ ਸਮਝਿਓ ਤਬ ਹਿਰਦੇ ਬਿਖੈ ਜੋਰ ਹਾਥ ਹੋਏ ਦੀਨ। ਭਾਈ ਸਾਹਿਬ ਦਾ ਮਨ ਬਿਲਕੁਲ ਸਾਫ਼ ਹੋ ਗਿਆ, ਸਾਰੀ ਗੱਲ ਸਮਝ 'ਚ ਪੈ ਗਈ। ਮਹਾਰਾਜ ਸਮਝ ਗਿਆ ਜੋ ਤੁਸੀਂ ਸਮਝਾਉਣਾ ਚਾਹੁੰਦੇ ਸੀ। ਇਹ ਕੀੜੀਆਂ ਸਾਰੀਆਂ ਮਿਲੀਆਂ ਹੋਈਆਂ, ਆਪਸ ਵਿੱਚ ਤਾਂ ਇਹਨਾਂ ਦਾ ਸੰਜੋਗ ਹੈ, ਕਰਮ ਇਹਨਾਂ ਦੇ ਸੰਸਾਰੇ। ਭਾਵੇਂ ਕੱਟਿਆ ਇੱਕ ਨੇ ਹੈ, ਪਰ ਸਾਥੀ ਤਾਂ ਸਾਰੇ ਹੀ ਸਨ, ਨਾਲ ਤਾਂ ਸਾਰੀਆਂ ਹੀ ਖੜੀਆਂ ਹਨ, ਔਰ ਸਾਰੀਆਂ ਨੂੰ ਆਪਣੇ ਕੀਤੇ ਕਰਮ ਦਾ ਦੰਡ ਮਿਲਿਆ। ਇਹ ਨਹੀਂ ਵੀ ਇੱਕ ਨੇ ਕੀਤਾ ਤੇ ਦੂਜਿਆਂ ਨੂੰ ਭੋਗਣਾ ਪਿਆ। ਇਸ ਏਮਨਾਬਾਦ ਨਗਰ ਵਿੱਚ ਭਾਵੇਂ ਕੁਝ ਕੁ ਪਠਾਣਾ ਨੇ ਮਹਾਂਪੁਰਸ਼ਾਂ ਦਾ ਨਿਰਾਦਰ ਕੀਤਾ ਸੀ, ਪਰ ਸਹਿਯੋਗੀ ਸਾਰੇ ਪਠਾਨ ਸਨ ਨਾਲ ਦੇ। ਇਸ ਕਰਕੇ ਇਹਨਾਂ ਸਾਰਿਆਂ ਨੂੰ ਆਪਣੇ ਕੀਤੇ ਕਰਮਾਂ ਦਾ ਹੀ ਦੰਡ ਮਿਲਿਆ। ਮਰਦਾਨਿਆਂ, ਐਸਾ ਨਹੀਂ ਵੀ ਕਰੇ ਕੋਈ ਤੇ ਭਰੇ ਕੋਈ, ਐਸਾ ਵਿਧਾਨ ਨਹੀਂ। ਇਹ ਕਲੀ ਕਾਲ ਹੈ, ਜਿਹੜਾ ਕਰਦਾ ਉਹੀ ਭਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨ ਸੁਣ ਕੇ ਭਾਈ ਮਰਦਾਨਾ ਜੀ ਦਾ ਮਨ ਨਿਰਸੰਦੇਹ ਹੋ ਗਿਆ। ਮਨ ਕੀ ਬੂਝੋ ਸਰਬਗਤ ਕਿਰਪਾ ਨਿਦਾਨ ਪ੍ਰਬੀਨ। ਭਾਈ ਸਾਹਿਬ ਜੀ ਬੋਲੇ, ਹੇ ਗਰੀਬ ਨਵਾਜ, ਤੁਸੀਂ ਆਪਣਿਆਂ ਸੇਵਕਾਂ ਦੇ ਮਨਾਂ ਦੀਆਂ ਬੁੱਝਣ ਵਾਲੇ ਅੰਤਰਜਾਮੀ ਹੋ, ਘਟ ਘਟ ਦੀ ਜਾਣਨ ਵਾਲੇ ਹੋ। ਗਰੀਬ ਨਵਾਜ, ਆਪ ਜੀ ਨੇ ਮੇਰੇ ਮਨ ਦੀ ਜਾਣ ਕੇ ਮੇਰੇ ਮਨ ਦਾ ਸੰਸਾ ਨਿਵਾਰਿਆ ਹੈ। ਚੌਪਈ ਇਸ ਬਿਦ ਬੈਸੇ ਕਰਤ ਬਿਲਾਸੂ। ਇਸ ਪ੍ਰਕਾਰ ਬੈਠੇ ਮਹਾਰਾਜ ਜੀ ਬਚਨ ਬਿਲਾਸ ਕਰ ਰਹੇ ਹਨ। ਸਤ ਸੰਧ ਜਗ ਭਗਤ ਪ੍ਰਕਾਸ਼ੂ। ਐਸੇ ਸਤਿਗੁਰੂ ਜੀ ਜੋ ਸਤ ਦੀ ਅਵਧੀ ਹਨ, ਗਰੀਬ ਨਵਾਜ ਜੋ ਭਗਤੀ ਦਾ ਪ੍ਰਕਾਸ਼ ਕਰਨੇ ਵਾਲੇ ਹਨ। ਲਾਲੋ ਦੁਇਜ ਪੁਰ ਮੈਂ ਤਬ ਆਏ। ਇੰਨੇ ਨੂੰ ਜਦੋਂ ਨਗਰ ਵਿੱਚ ਸ਼ਾਂਤੀ ਹੋ ਗਈ ਏਮਨਾਬਾਦ 'ਚ, ਤੇ ਭਾਈ ਲਾਲੋ ਤੇ ਉਹ ਬ੍ਰਾਹਮਣ ਜਿਹੜੇ ਮਹਾਰਾਜ ਜੀ ਦਾ ਬਚਨ ਮੰਨ ਕੇ ਪਹਿਲਾਂ ਨਗਰ ਛੱਡ ਕੇ ਚਲੇ ਗਏ ਸੀ ਹਮਲੇ ਤੋਂ, ਉਹ ਵਾਪਸ ਮਹਾਰਾਜ ਜੀ ਦੇ ਬਚਨਾਂ ਅਨੁਸਾਰ ਏਮਨਾਬਾਦ ਨਗਰ 'ਚ ਆਪਣੇ ਘਰ ਆ ਗਏ। ਨਿਜ ਪਰਿਵਾਰ ਨਿਕੇਤ ਬਸਾਏ। ਆਪਣੇ ਪਰਿਵਾਰਾਂ ਨੂੰ ਨਾਲ ਲਿਆ ਕੇ ਆਪਣੇ ਘਰਾਂ ਵਿੱਚ ਵਸਾਇਆ। ਸਰਵ ਬਿਰਤਾਂਤ ਦੇਖ ਪੁਰ ਕੇਰਾ। ਨਗਰ ਦਾ ਸਾਰਾ ਬਿਰਤਾਂਤ ਭਾਈ ਲਾਲੋ ਤੇ ਉਸ ਬ੍ਰਾਹਮਣ ਨੇ ਵੇਖਿਆ ਕਿਵੇਂ ਸਾਰਾ ਨਗਰ ਥੇ ਬਣਿਆ ਹੋਇਆ ਹੈ। ਮਹਾ ਪਿਆਨ ਲਗੇ ਚੌ ਫੇਰਾ। ਚਾਰੇ ਪਾਸੇ ਫਿਰ ਕੇ ਵੇਖਿਆ, ਬੜਾ ਹੀ ਭਿਆਨਕ ਤੇ ਡਰਾਵਣਾ ਨਗਰ ਨਜ਼ਰ ਆਉਂਦਾ ਹੈ। ਲਾਸ਼ਾਂ ਖਿੰਡੀਆਂ ਹੋਈਆਂ ਸਨ, ਲਹੂ ਦੇ ਨਾਲ ਕੰਧਾਂ ਰੰਗੀਆਂ ਹੋਈਆਂ ਸਨ। ਪੁਨ ਦੋਨੋਂ ਪ੍ਰਭ ਢਿੱਗ ਚੱਲ ਆਏ। ਆਪਣੇ ਪਰਿਵਾਰਾਂ ਨੂੰ ਆਪਣੇ ਘਰਾਂ 'ਚ ਵਸਾ ਕੇ ਭਾਈ ਲਾਲੋ ਜੀ ਔਰ ਉਹ ਦੂਜਾ ਬ੍ਰਾਹਮਣ, ਇਹ ਦੋਵੇਂ ਚੱਲ ਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਏ। ਪਦ ਪੰਕਜ ਪਰ ਲਪਟਾਏ। ਗਰੀਬ ਨਵਾਜ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਦੇ ਉੱਤੇ ਆ ਕੇ ਲਪਟੇ ਹਨ। ਮਹਾਰਾਜ ਜੀ ਦੇ ਸੋਹਣਿਆਂ ਜਿਹਾ ਚਰਨਾਂ ਤੇ ਆ ਕੇ ਨਮਸਕਾਰ ਕੀਤੀ ਹੈ। ਭਾਨ ਸਮਾਨ ਸਰੂਪ ਨਿਹਾਰਾ। ਸੂਰਜ ਦੇ ਸਮਾਨ ਦਗ ਦਗ ਚ ਕਰ ਰਿਹਾ ਚਿਹਰਾ ਗੁਰੂ ਨਾਨਕ ਸਾਹਿਬ ਜੀ ਦਾ।
ਐਸਾ ਸੋਹਣਾ ਸੁੰਦਰ ਮੁਖੜਾ ਜੋ ਸੂਰਜ ਸਮਾਨ ਪ੍ਰਕਾਸ਼ ਰਿਹਾ ਹੈ, ਉਹ ਭਾਈ ਲਾਲੋ ਤੇ ਇਸ ਬ੍ਰਾਹਮਣ ਨੇ ਦਰਸ਼ਨ ਕੀਤੇ ਹਨ। ਅੰਬਕ ਅੰਬੁਜ ਬਿਕਸੇ ਚਾਰਾ। ਕਹਿੰਦੇ ਜਿਵੇਂ ਸੂਰਜ ਨੂੰ ਵੇਖ ਕੇ ਕਮਲ ਦਾ ਫੁੱਲ ਖਿੜਦਾ ਨਾ, ਇਉਂ ਭਾਈ ਲਾਲੋ ਤੇ ਉਸ ਬ੍ਰਾਹਮਣ ਦੇ ਨੇਤਰ ਖਿੜ ਗਏ ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ। ਅਨਕ ਪਾਤ ਕੀ ਉਸਤਤ ਠਾਨੀ। ਅਨਕ ਪ੍ਰਕਾਰ ਨਾਲ ਸਤਿਗੁਰੂ ਜੀ ਦੇ ਸਾਨਮੁਖ ਖਲੋ ਕੇ ਮਹਾਰਾਜ ਜੀ ਦੀ ਉਸਤਤ ਕੀਤੀ, ਸਤਿਗੁਰਾਂ ਦੀ ਵਡਿਆਈ ਗਾਇਨ ਕੀਤੀ। ਪਰਮ ਪ੍ਰਸਿੱਧ ਭੇ ਗੁਣ ਖਾਨੀ। ਗੁਣਾਂ ਦੀ ਖਾਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਾਈ ਲਾਲੋ ਜੀ ਹੋਣਾ ਤੇ ਬੜੇ ਹੀ ਪ੍ਰਸੰਨ ਹੋਏ। ਏਮਨਾਬਾਦ ਨਗਰ ਦੇ ਇਲਾਕੇ 'ਚ ਪਾਤਸ਼ਾਹ ਨੇ ਬੜੀ ਭਾਰੀ ਕਰੜੀ ਤਪੱਸਿਆ ਕੀਤੀ ਹੈ। ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ। ਨੇੜੇ ਉੱਥੇ ਗੁਰਦੁਆਰਾ ਰੋੜੀ ਸਾਹਿਬ ਹੈ, ਮਹਾਰਾਜ ਜੀ ਦਾ ਪਾਵਨ ਸਥਾਨ ਤਪੋ ਭੂਮੀ ਹੈ। ਤੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਭਾਈ ਲਾਲੋ ਦੇ ਉੱਤੇ ਬਹੁਤ ਪ੍ਰਸੰਨ ਹੋਏ। ਦੋਨੋਂ ਨਗਰ ਵਿਖੇ ਪੁੰਨ ਜਾਈ। ਔਰ ਉਹ ਬ੍ਰਾਹਮਣ ਵੀ ਬੜਾ ਪ੍ਰਸੰਨ ਹੈ। ਦੋਵੇਂ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਨਗਰ ਵਿੱਚ ਆਪਣੇ ਘਰ ਆਏ ਹਨ। ਅਨੇਕ ਪ੍ਰਕਾਰਨ ਮਹਿਮਾ ਗਾਈ। ਨਗਰ ਵਿੱਚ ਆ ਕੇ ਦੋਨਾਂ ਨੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਗਾਈ। ਨਗਰ ਨਿਵਾਸੀਆਂ ਨੂੰ ਦੱਸਿਆ, ਉਹ ਨਗਰ ਦੇ ਲੋਕੋ, ਅਸੀਂ ਗੁਰੂ ਨਾਨਕ ਸਾਹਿਬ ਦੀ ਸ਼ਰਨ ਪਏ ਸੀ। ਆ ਵੇਖੋ ਸਾਡੇ ਪਰਿਵਾਰ ਵੀ ਬਚ ਗਏ ਨੇ, ਸਾਡੇ ਟੱਬਰ ਬਚ ਗਏ ਨੇ, ਧਨ ਸੰਪਦਾ ਸਭ ਕੁਝ ਬਚ ਗਿਆ, ਕਿਉਂਕਿ ਸਤਿਗੁਰਾਂ ਨੇ ਸਾਨੂੰ ਪਹਿਲਾਂ ਹੀ ਸੁਚੇਤ ਕਰ ਦਿੱਤਾ ਸੀ ਕਿ ਤੁਸੀਂ ਏਮਨਾਬਾਦ ਨਗਰ ਛੱਡ ਕੇ ਚਲੇ ਜਾਓ, ਇੱਥੇ ਕਹਿਰੀ ਹਮਲਾ ਹੋਣਾ। ਪਰ ਤੁਸਾਂ ਮਲੇਛਾਂ ਨੇ ਸਤਿਗੁਰਾਂ ਦਾ ਨਿਰਾਦਰ ਕੀਤਾ ਸੀ, ਤੁਹਾਨੂੰ ਇਹ ਤਾਂ ਦੰਡ ਭੁਗਤਣਾ ਪਿਆ ਹੈ। ਹਾਲੇ ਵੀ ਕੁਝ ਨਹੀਂ ਵਿਗੜਿਆ। ਜੇ ਚਾਹੁੰਦੇ ਹੋ ਤੁਹਾਡਾ ਭਲਾ ਹੋ ਜਾਏ, ਚਲੋ ਚੱਲ ਕੇ ਗੁਰੂ ਨਾਨਕ ਸਾਹਿਬ ਦੀ ਸ਼ਰਨ 'ਚ ਪੈ ਕੇ ਆਪਣੀ ਗਲਤੀ ਦੀ ਖਿਮਾ ਯਾਚਨਾ ਕਰ ਲਵੋ। ਹਿੰਦੂ ਤੁਰਕ ਹੋਤੇ ਸਭ ਜੇਈ। ਏਮਨਾਬਾਦ ਨਗਰ ਦੇ ਬਚੇ ਹੋਏ ਜਿਹੜੇ ਹਿੰਦੂ ਸਨ ਜਾਂ ਜਿਹੜੇ ਮੁਸਲਮਾਨ ਪਠਾਨ ਸਨ, ਆਨ ਚਰਨ ਲਪਟਾਨੇ ਤੇ। ਭਾਈ ਲਾਲੋ ਜੀ ਦੀ ਪ੍ਰੇਰਨਾ ਤੇ ਉਸ ਪੰਡਤ ਦੀ ਪ੍ਰੇਰਨਾ ਦੇ ਨਾਲ ਏਮਨਾਬਾਦ ਨਗਰ ਦੇ ਲੋਕ ਇਕੱਠੇ ਹੋ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਏ ਹਨ। ਪੀਰ ਭਾਈ ਚੌਂ ਦਿਸ਼ ਜਗ ਤੇਸ਼ਾ। ਜਗਤ ਦੇ ਈਸ਼ਵਰ, ਜਗਤ ਦੇ ਮਾਲਕ, ਜਗਤ ਦੇ ਸੁਆਮੀ ਸਤਿਗੁਰਾਂ ਦੇ ਚਾਰੇ ਪਾਸੇ ਭੀੜ ਇਕੱਠੀ ਹੋ ਗਈ। ਬੇਅੰਤ ਸੰਗਤਾਂ ਚਾਰੇ ਪਾਸੇ ਆਣ ਇਕੱਤਰ ਹੋਈਆਂ। ਸਤਨਾਮ ਦੀਨੋ ਉਪਦੇਸ਼ਾ। ਮੇਰੇ ਦਇਆਨਿਧ ਸੁਆਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਭ ਨੂੰ ਸੱਚੇ ਨਾਮ ਦੇ ਜਾਪ ਦਾ ਉਪਦੇਸ਼ ਦਿੱਤਾ ਹੈ। ਆਖਿਆ ਜੇ ਚਾਹੁੰਦੇ ਹੋ ਤੁਹਾਡਾ ਭਲਾ ਹੋਵੇ, ਚਾਹੁੰਦੇ ਹੋ ਤੁਹਾਡਾ ਲੋਕ ਤੇ ਪਰਲੋਕ ਦੋਵੇਂ ਸੁਹੇਲੇ ਹੋ ਜਾਣ, ਤਾਂ ਫਿਰ ਜਪਿਆ ਕਰੋ ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ। ਇਹ ਭਾਈ ਇਸ ਪਾਵਨ ਅੰਮ੍ਰਿਤ ਨਾਮ ਦਾ ਜਾਪ ਜਪੋ, ਇਸ ਨਾਮ ਦੀ ਕਮਾਈ ਕਰੋ। ਜਪ ਮਨ ਸਤਨਾਮ, ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈਆ, ਨਿਤ ਧਿਆਈਆ ਹਰ ਪੁਰਖ ਨਿਰੰਜਨਾ। ਐਸਾ ਅੰਮ੍ਰਿਤ ਨਾਮ ਹੈ। ਸੰਤ ਅਤਿਥੀ ਕੀ ਸੇਵਾ ਕਰਨੀ। ਪਾਤਸ਼ਾਹ ਹੁਕਮ ਕਰਦੇ ਨੇ ਇਹਨਾਂ ਨੂੰ, ਕਹਿੰਦੇ ਭਾਈ ਨਗਰ 'ਚ ਕੋਈ ਮਹਾਤਮਾ ਆਵੇ, ਕੋਈ ਫਕੀਰ, ਕੋਈ ਸੰਤ ਆਵੇ, ਕੋਈ ਅਤਿਥੀ ਆਵੇ, ਉਹਦੀ ਸੇਵਾ ਟਹਿਲ ਕਰਨੀ, ਉਹਨੂੰ ਭੋਜਨ ਛਕਾਉਣਾ ਹੈ। ਤੈਂ ਕੀ ਮਹਿਮਾ ਬਹੁ ਬਿਦ ਬਰਨੀ। ਮਹਾਰਾਜ ਜੀ ਕਹਿੰਦੇ ਆ ਸਾਧੂਆਂ ਦੀ ਸੇਵਾ ਦਾ ਬੜਾ ਵੱਡਾ ਮਹਾਤਮ ਹੈ, ਸੰਤ ਜਨਾਂ ਦੀ ਸੇਵਾ ਦਾ ਬੜਾ ਵੱਡਾ ਪ੍ਰਤਾਪ ਹੈ। ਦਵੈ ਦਿਨ ਪੁਨ ਪ੍ਰਭ ਤਹਾਂ ਬਿਤਾਏ। 2
ਦਿਨ ਹੋਰ ਸਤਿਗੁਰੂ ਜੀ ਨੇ ਏਮਨਾਬਾਦ ਨਗਰ ਦੇ ਵਿੱਚ ਬਤੀਤ ਕੀਤੇ, ਇੱਥੇ ਹੀ ਰਹੇ। ਗਮਨੇ ਅਪਰ ਥਾਨ ਮਨ ਪਾਏ। ਹੁਣ ਪਾਤਸ਼ਾਹ ਜੀ ਇੱਥੋਂ ਅੱਗੇ ਚੱਲੇ ਨੇ ਜਿੱਥੇ ਮੇਰੇ ਸਾਹਿਬ ਦੇ ਮਨ ਦੀ ਮੌਜ ਹੈ ਜਾਣ ਦੀ। ਆਪਣੀ ਸਵੈ ਇੱਛਾ ਮੂਜਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਵਤੰਤਰ ਹੋ ਕੇ ਵਿਚਰਦੇ ਹਨ। ਸੰਤਨ ਚੀਰ ਸਰੀਰੇ ਸਾਜੇ। ਗੁਰਦੇਵ ਨੇ ਸਰੀਰ ਤੇ ਜਿਹੜਾ ਲਿਬਾਸ ਹੈ ਉਹ ਫਕੀਰੀ ਲਿਬਾਸ ਧਾਰਨ ਕੀਤਾ ਹੋਇਆ ਹੈ। ਫਕੀਰੀ ਭੇਖ ਮਹਾਰਾਜ ਜੀ ਨੇ ਸਰੀਰ ਤੇ ਧਾਰਨ ਕੀਤਾ ਹੋਇਆ ਹੈ। ਸੁਭਗ ਸਿਤਾ ਸਿਤ ਸ਼ਮਸ ਬਿਰਾਜੇ। ਪਾਤਸ਼ਾਹ ਜੀ ਦੇ ਮੁਖ ਮੰਡਲ ਤੇ ਜਿਹੜੀ ਸ਼ਮਸ਼ ਕਹਿੰਦੇ ਨੇ ਦਾੜੇ ਨੂੰ, ਪਾਤਸ਼ਾਹ ਦੇ ਮੁਖ ਮੰਡਲ ਦਾ ਜਿਹੜਾ ਦਾੜਾ ਹੈ ਨਾ ਗੁਰਦੇਵ ਦਾ, ਉਹ ਅੱਧਾ ਚਿੱਟਾ ਤੇ ਅੱਧਾ ਕਾਲਾ ਹੈ। ਚਿੱਟੇ ਕੇਸ ਆ ਗਏ ਨੇ ਪਾਤਸ਼ਾਹ ਦੇ ਦਾੜੇ ਤੇ, ਅੱਧਾ ਦਾੜਾ ਮਹਾਰਾਜ ਸੱਚੇ ਪਾਤਸ਼ਾਹ ਦਾ ਸਫੇਦ ਹੈ ਤੇ ਅੱਧਾ ਕਾਲਾ ਹੈ। ਤੀਨ ਲੋਕ ਕੋ ਕਰਤਾ ਜੋ। ਤਿੰਨਾਂ ਲੋਕਾਂ ਦੇ ਕਰਤਾ ਹਨ ਮਹਾਰਾਜ ਗੁਰੂ ਨਾਨਕ ਸਾਹਿਬ। ਆ ਤਿੰਨੇ ਲੋਕ ਗੁਰੂ ਨਾਨਕ ਸਾਹਿਬ ਦੇ ਕੀਤੇ ਹੋਏ ਨੇ। ਗੁਰੂ ਕਲਗੀਧਰ ਦਾ ਪੰਥ ਤੇ ਗੁਰੂ ਨਾਨਕ ਦੇ ਸਿੱਖ ਕਰਤੇ ਨਾਲ ਜੁੜਦੇ ਨੇ, ਕਿਰਤ ਨਾਲ ਨਹੀਂ ਜੁੜਦੇ। ਕਿਰਤ ਨੂੰ ਛੱਡ ਕੇ ਕਰਤੇ ਦਾ ਚਿੰਤਨ ਕਰਦੇ ਨੇ। ਮਹਾਰਾਜ ਜੀ ਦਾ ਚਿੰਤਨ ਕਰ ਰਹੇ ਨੇ। ਕਹਿੰਦੇ ਜਿਹੜੀ ਤਿੰਨੇ ਲੋਕ ਨੇ ਤਰਲੋਕੀ, ਇਸ ਤਰਲੋਕੀ ਦੇ ਕਰਤਾ ਹਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਭੇਖ ਫਕੀਰੀ ਵਿਚਰਤ ਸੋ। ਫਕੀਰੀ ਭੇਖ ਧਾਰਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਚਰ ਰਹੇ ਹਨ। ਮੰਦ ਮੰਦ ਮਗ ਬਿਖੈ ਸੁਹਾਏ। ਸਹਿਜੇ ਸਹਿਜੇ ਰਸਤੇ ਵਿੱਚ ਪਾਤਸ਼ਾਹ ਚਲੇ ਜਾਂਦੇ ਐ। ਟੁਰਦੇ ਆ ਨਾ ਪਾਤਸ਼ਾਹ, ਬੜੇ ਸਹਿਜੇ ਸਹਿਜੇ ਕਦਮ ਧਰਦੇ ਆ ਜ਼ਮੀਨ ਤੇ। ਛੋਟੀ ਛੋਟੀ ਚਾਲ ਪਲਾਂਘ ਪੁੱਟਦਿਆਂ ਮਹਾਰਾਜ ਜੀ ਚੱਲਦੇ ਹਨ। ਸਸੁਰੇ ਨਗਰ ਨਿਕਟ ਚੱਲ ਆਏ। ਚੱਲ ਕੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਆਪਣੇ ਸਹੁਰੇ ਪਿੰਡ ਬਟਾਲੇ ਦੇ ਨੇੜੇ ਆ ਪਹੁੰਚੇ ਹਨ। ਵਹਿਰ ਅਜਿੱਤੇ ਕੂਪ ਸੁਹਾਇਆ। ਬਾਹਰਲੇ ਪਾਸੇ ਅਜਿੱਤਾ ਚੌਧਰੀ ਰੰਧਾਵਾ ਜਿਹੜਾ ਸੀ, ਉਹਦਾ ਖੂਹ ਸੀ। ਉਹਦੇ ਖੂਹ ਤੇ ਮਹਾਰਾਜ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪੁੱਜੇ ਹਨ। ਉਤੀ ਸਗਨ ਸੁੰਦਰ ਤੈ ਛਾਇਆ। ਖੂਹ ਦੇ ਅਜਿੱਤੇ ਦੇ ਖੂਹ ਤੇ ਸੰਘਣੀ ਛਾਂ ਸੀ। ਅਕਸਰ ਲੋਕ ਖੂਹਾਂ ਦੇ ਆਲੇ ਦੁਆਲੇ ਦਰਖਤ ਲਾ ਕੇ ਰੱਖਦੇ ਸਨ ਖੇਤਾਂ ਵਿੱਚ। ਹੁਣ ਤਾਂ ਖੇਤਾਂ ਵਿੱਚ ਕਿਤੇ ਕਿਤੇ ਟਾਵੇਂ ਦਰਖਤ ਦਿਸਦੇ ਐ। ਆਮ ਜ਼ਿਮੀਂਦਾਰਾਂ ਦੀਆਂ ਮੋਟਰਾਂ ਤੇ ਵੀ ਦਰਖਤ ਨਜ਼ਰ ਨਹੀਂ ਆਉਂਦੇ। ਪਹਿਲਾਂ ਖੂਹਾਂ ਦੇ ਆਲੇ ਦੁਆਲੇ ਦਰਖਤ ਲਾ ਕੇ ਰੱਖਦੇ, ਉੱਥੇ ਬੈਠਕਾਂ ਬਣਾਉਂਦੇ, ਆਪਣੀ ਬਹਿੰਦੇ, ਜਲ ਪਾਣੀ ਛਕਣ ਵਾਸਤੇ, ਭੋਜਨ ਆਦਿਕ ਗ੍ਰਹਿਣ ਕਰਨ ਲਈ। ਤੋ ਖੂਹ ਦੇ ਉੱਤੇ ਕਹਿੰਦੇ ਦਰਖਤ ਲੱਗੇ ਹੋਏ, ਜਿੱਥੇ ਸੰਘਣੀ ਛਾਂ ਵਿੱਚ ਮਹਾਰਾਜ ਜੀ ਆਣ ਕੇ ਬੈਠੇ ਹਨ। ਦੇਖ ਥਾਨ ਰਮਣੀਕ ਗੁਸਾਈ। ਜਗਤ ਦੇ ਸਾਈਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਰਮਣੀਕ ਥਾਂ ਵੇਖਿਆ। ਦਰਖਤਾਂ ਦੀ ਛਾਂ, ਆਲਾ ਦੁਆਲਾ ਬੜਾ ਸੋਹਣਾ। ਮਹਾਰਾਜ ਜੀ ਨੂੰ ਐਸਾ ਮਾਹੌਲ ਬੜਾ ਹੀ ਪਿਆਰਾ ਲੱਗਦਾ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ, ਔਰ ਉੱਥੇ ਬੈਠੇ ਹਨ। ਬੈਠ ਗਏ ਹਮ ਸੋ ਬਿਗਸਾਈ। ਉੱਥੇ ਬੈਠ ਗਏ ਤੇ ਬੈਠਿਆਂ ਮਹਾਰਾਜ ਜੀ ਆਸ ਬਿਲਾਸ ਕਰ ਰਹੇ ਨੇ। ਭਾਈ ਮਰਦਾਨਾ ਜੀ ਨਾਲ ਤੇ ਭਾਈ ਬਾਲਾ ਜੀ ਨਾਲ ਬਚਨ ਬਿਲਾਸ ਹੋ ਰਹੇ ਨੇ। ਭਾਈ ਮਰਦਾਨਾ ਜੀ ਨਾਲ ਸਤਿਗੁਰੂ ਜੀ ਅਕਸਰ ਮਖੌਲ ਕਰ ਲਿਆ ਕਰਦੇ ਸਨ। ਹਾਸ ਰਸ ਵਿੱਚ ਭਾਈ ਮਰਦਾਨਾ ਜੀ ਕਿਉਂਕਿ ਕੁੱਲ ਕਰਕੇ ਮਿਰਾਸ਼ੀ ਵੀ ਸਨ, ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਈ ਵੇਰੀ ਭਾਈ ਸਾਹਿਬ ਹੋਣਾ ਨਾਲ ਹਾਸ ਬਿਲਾਸ ਕਰਨਾ। ਕਹਿੰਦੇ ਅੱਜ ਵੀ ਬੈਠੇ ਹਾਸ ਬਿਲਾਸ ਕਰ ਰਹੇ ਨੇ। ਸੈਲ ਵਿਸਾਲ ਕੀਨ ਸਭ ਦੇਸ਼ਾ। ਬੜਾ ਲੰਮਾ ਪੈਂਡਾ ਸਤਿਗੁਰੂ ਜੀ ਤੈਅ ਕਰਕੇ ਆਏ ਨੇ। ਬੜੀ ਲੰਮੀ ਉਦਾਸੀ ਕਰਕੇ ਸਤਿਗੁਰੂ ਜੀ ਆਏ ਹਨ। ਹੁਤੀ ਨਿਦੇਸ਼ ਐਸ ਜਗ ਤੇਸ਼ਾ। ਮਹਾਰਾਜ ਜੀ ਕਹਿੰਦੇ ਮਰਦਾਨਿਆ, ਇਹ ਅਕਾਲ ਪੁਰਖ ਦਾ ਹੀ ਹੁਕਮ ਸੀ। ਪਰਮੇਸ਼ਰ ਦੇ ਹੁਕਮ ਨਾਲ ਹੀ ਇੰਨਾ ਲੰਮਾ ਪੈਂਡਾ ਤੈਅ ਕਰਕੇ ਆਪਾਂ ਆਏ ਆ। ਉਹ ਕਿੱਥੇ ਕਿੱਥੇ ਤੱਕ ਕਿੰਨੀ ਧਰਤੀ ਪਾਤਸ਼ਾਹ ਜੀ ਘੁੰਮ ਕੇ ਆਏ ਨੇ। ਮਹਾਰਾਜ ਜੀ ਕਹਿੰਦੇ ਮਰਦਾਨਿਆ, ਇਹ ਜਗਤ ਦੇ ਈਸ਼ਵਰ ਪਰਮੇਸ਼ਰ ਦੀ ਆਗਿਆ ਸੀ। ਕਿਤਕ ਕਾਲ ਅਬ ਬੈਸ ਬਿਤਾਵੋ। ਮਹਾਰਾਜ ਜੀ ਕਹਿੰਦੇ ਮਰਦਾਨਿਆ, ਹੁਣ ਹੁਕਮ ਹੈ ਪਰਮੇਸ਼ਰ ਦਾ ਵੀ ਕੁਝ ਸਮਾਂ ਬੈਠ ਕੇ ਬਤੀਤ ਕਰੀਏ। ਪਾਤਸ਼ਾਹ ਕਹਿੰਦੇ ਬਹੁਤ ਪੈਂਡਾ ਕੀਤਾ ਮਰਦਾਨਿਆ,
ਹੁਣ ਇਹ ਵੀ ਹੁਕਮ ਸੀ। ਹੁਣ ਹੁਕਮ ਇਹ ਆ ਅਕਾਲ ਪੁਰਖ ਦਾ ਕਿ ਹੁਣ ਕੁਝ ਸਮਾਂ ਟਿਕਾਣਾ ਕਰੀਏ ਤੇ ਬੈਠ ਕੇ ਰੱਬ ਰੱਬ ਕਰੀਏ। ਮਗਨ ਆਨੰਦ ਪ੍ਰਭੂ ਗੁਣ ਗਾਵੋ। ਪਰਮੇਸ਼ਰ ਦੇ ਆਨੰਦ ਵਿੱਚ ਮਗਨ ਹੋ ਕੇ ਪਰਮੇਸ਼ਰ ਦੇ ਗੁਣ ਗਾਵੀਏ। ਮਾਨੁਖ ਏਕ ਬਿਲੋਕਤ ਦੋਰਾ। ਮਹਾਰਾਜ ਜੀ ਨੂੰ ਬੈਠਿਆਂ ਵੇਖ ਕੇ ਇੱਕ ਬੰਦਾ ਦੌੜਿਆ। ਸੁਧ ਕੀਨੀ ਮੂਲਾ ਜਿਸ ਠੌਰਾ। ਉਹਨੇ ਪਛਾਣ ਲਿਆ ਵੀ ਇਹ ਤਾਂ ਸਾਡੇ ਪਿੰਡ ਦੇ ਪਟਵਾਰੀ ਮੂਲੇ ਦਾ ਜਵਾਈ ਹੈ। ਉਹ ਭੱਜਾ ਗਿਆ ਤੇ ਭੱਜ ਕੇ ਖਬਰ ਦੇਣ ਵਾਸਤੇ ਗਿਆ। ਵਹਿਰ ਜਮਾਤਾ ਆਇਓ ਤੇਰੋ। ਕਹਿਣ ਲੱਗੇ ਪਟਵਾਰੀ ਸਾਹਿਬ ਤੁਹਾਡਾ ਜਵਾਈ ਆਇਆ ਬਾਹਰ, ਮੈਨੂੰ ਤਾਂ ਇਉਂ ਪ੍ਰਤੀਤ ਹੁੰਦਾ ਹੈ। ਨਿਕਸੇ ਜੈ ਪਾਕਾਲ ਕਨੇਰੋ। ਇਹਨੂੰ ਘਰ ਛੱਡ ਕੇ ਨਿਕਲਿਆ ਬੜੇ ਵਰੇ ਬੀਤ ਗਏ ਨੇ, ਬੜੇ ਸਾਲ ਬੀਤ ਗਏ ਨੇ, ਵਾਪਸ ਨਹੀਂ ਮੁੜਿਆ। ਤੁਹਾਨੂੰ ਵੀ ਫਿਕਰ ਸੀ ਵੀ ਖਬਰੇ ਹੈ ਕਿ ਨਹੀਂ। ਉਹ ਆ ਗਿਆ ਤੁਹਾਡਾ ਜਮਾਤਾ ਕਹੀਏ ਜਵਾਈ। ਸੁਧ ਸੁਨ ਕੇ ਤੂਰਨ ਉੱਠ ਤਾਇਓ। ਇਹ ਸੁਣ ਕੇ ਬਾਬਾ ਮੂਲ ਚੰਦ ਜੀ ਉਸੇ ਵੇਲੇ ਉੱਠੇ, ਛੇਤੀ ਨਾਲ ਮਿਲਣ ਵਾਸਤੇ ਬਾਹਰ ਵੇਖਣ ਵਾਸਤੇ ਆਏ। ਸੰਗ ਅਜਿੱਤੇ ਕੋਲੇ ਆਇਓ। ਨਾਲ ਆਪਣੇ ਚੌਧਰੀ ਅਜਿੱਤੇ ਨੂੰ ਨਾਲ ਲੈ ਲਿਆ, ਕਿਉਂਕਿ ਉਸੇ ਦੇ ਖੂਹ ਤੇ ਸਤਿਗੁਰੂ ਜੀ ਆਏ ਸਨ। ਅਜਿੱਤੇ ਨੂੰ ਉਤਾਰਨਾ ਸੀ ਮੇਰੇ ਗਰੀਬ ਨਵਾਜ ਸਾਹਿਬ ਨੇ, ਇਹਦੀ ਕਲਿਆਣ ਕਰਨੀ ਸੀ, ਭਲਾ ਕਰਨਾ ਸੀ। ਤੋ ਪਾਤਸ਼ਾਹ ਨੇ ਉਹ ਇਹ ਖੇਡ ਹੀ ਬਣਾਈ ਆ, ਤਦੇ ਉਹਦੇ ਖੂਹ ਤੇ ਆਣ ਕੇ ਬੈਠੇ ਆ। ਕਹਿੰਦੇ ਬਾਬਾ ਮੂਲ ਚੰਦ ਜੀ ਭਾਈ ਅਜਿੱਤੇ ਨੂੰ ਆਪਣੇ ਨਾਲ ਲੈ ਕੇ ਆਏ। ਕਬ ਕੋਰਿਓ ਕ੍ਰੋਧ ਉਰ ਪੂਰੀ। ਪਿਤਾ ਮਹਿਤਾ ਕਾਲੂ ਜੀ ਤਾਂ ਬੜੇ ਕ੍ਰੋਧੀ ਸਾਨੀ। ਪਿੱਛੇ ਕਥਾ ਵਿੱਚ ਆਇਆ, ਕਹਿੰਦੇ ਕਾਲੂ ਕਿਆ ਜੋ ਮਹਾਰਾਜ ਜੀ ਦਾ ਜਿਹੜਾ ਸਹੁਰਾ ਹੈ ਮੂਲ ਚੰਦ, ਉਹ ਕਿਤਨਾ ਕ੍ਰੋਧੀ ਹੈ। ਕਹਿੰਦੇ ਪਿਤਾ ਮਹਿਤਾ ਕਾਲੂ ਜੀ ਨਾਲੋਂ ਵੀ 2 ਰੱਤੀ ਜ਼ਿਆਦੇ ਕ੍ਰੋਧੀ ਸਨ। ਉਹ ਚੱਲ ਕੇ ਆਏ। ਕਬ ਕੋਰਿਓ ਕ੍ਰੋਧ ਉਰ ਪੂਰੀ। ਹਿਰਦੇ 'ਚ ਪਹਿਲਾਂ ਹੀ ਉਹਨਾਂ ਦੇ ਬੜਾ ਬਹੁਤ ਜ਼ਿਆਦਾ ਗੁੱਸਾ ਸੀ। ਬੇਕ ਫਕੀਰੀ ਦੇਖਿਓ ਦੂਰੀ। ਜਦੋਂ ਆਏ ਨਾ ਮਹਾਰਾਜ ਜੀ ਦਾ ਦੂਰੋਂ ਹੀ ਭੇਖ ਵੇਖਿਆ, ਪਹਿਲਾਂ ਫਕੀਰੀ ਲਿਬਾਸ। ਪਾਤਸ਼ਾਹ ਨੇ ਚਾਦਰੇ ਦਾ ਇੱਕ ਦਾ ਬੁੱਕਲ ਮਾਰਿਆ, ਇੱਕ ਚਾਦਰਾ ਤੇੜ ਤੇ ਸੀਸ ਤੇ ਮਹਾਰਾਜ ਜੀ ਨੇ 2-2.5 ਗਜ ਦਾ ਇੱਕ ਦਸਤਾਰਾ ਸਜਾਇਆ ਹੋਇਆ ਸੀ। ਪਾਤਸ਼ਾਹ ਦਾ ਫਕੀਰੀ ਲਿਬਾਸ ਜਦੋਂ ਬਾਬਾ ਮੂਲ ਚੰਦ ਜੀ ਹੋਣਾ ਨੇ ਵੇਖਿਆ, ਅਧਿਕ ਕ੍ਰੋਧ ਹਿਰਦੇ ਮੈਂ ਹੋਵਾ। ਵੇਖਦਿਆਂ ਸਾਰ ਮਨ 'ਚ ਬੜਾ ਭਾਰੀ ਕ੍ਰੋਧ ਆਇਆ, ਗੁੱਸੇ ਦੇ ਨਾਲ ਲਾਲ ਪੀਲੇ ਹੋ ਗਏ। ਗਇਓ ਸਮੀਪ ਠਾਂਡ ਹੋਏ ਜੋਵਾ। ਕੋਲ ਗਏ ਤੇ ਜਾ ਕੇ ਮਹਾਰਾਜ ਜੀ ਦੇ ਕੋਲ ਖਲੋ ਗਏ। ਬਹੁ ਕਠੋਰ ਮੁਖ ਬਚਨੀ ਅਲਾਵਾ। ਤੇ ਬੜੇ ਕਠੋਰ ਸ਼ਬਦ, ਜਿਹੜੇ ਨਾ ਕਹਿਣ ਯੋਗ ਸ਼ਬਦ ਸਨ, ਉਹ ਕਠੋਰ ਸ਼ਬਦ ਜਾ ਕੇ ਮਹਾਰਾਜ ਜੀ ਦੇ ਸਨਮੁਖ ਬੋਲੇ। ਛਾਤੀ ਦਾਹ ਕਰਨ ਤੁਮ ਆਵਾ। ਜਾਂਦਿਆਂ ਸਾਰ ਮਹਾਰਾਜ ਜੀ ਨੂੰ ਵੇਖ ਕੇ ਕਹਿਣ ਲੱਗੇ, ਆ ਗਿਆ ਮੇਰੀ ਛਾਤੀ ਨੂੰ ਸਾੜਨ ਵਾਲਿਆ, ਹੋਰ ਛਾਤੀ ਸਾੜਨ। ਏਦਾਂ ਆਉਂਦਿਆਂ ਹੀ ਕੋਈ ਆ ਕੇ ਸਲਾਮ ਨਹੀਂ, ਕੋਈ ਨਮਸਕਾਰ ਨਹੀਂ। ਆਉਂਦਿਆਂ ਹੀ ਬੋਲੇ ਬਾਬਾ ਜੀ, ਕਹਿਣ ਲੱਗੇ ਆ ਗਏ ਜੇ ਮੇਰੀ ਛਾਤੀ ਨੂੰ ਦਾਣ ਵਾਸਤੇ, ਸਾੜਨ ਵਾਸਤੇ। ਪਿਖੇ ਸਹੋਦਰ ਜਬ ਇਸ ਚਾਲਾ। ਜਦੋਂ ਤੇਰੀ ਆ ਚਾਲ, ਜਿਹੜਾ ਤੂੰ ਆ ਫਕੀਰਾਂ ਵਾਲਾ ਲਿਬਾਸ ਧਾਰਨ ਕੀਤਾ ਹੈ, ਮੇਰੇ ਭਰਾ, ਮੇਰੇ ਸੰਬੰਧੀ, ਮੇਰੇ ਸ਼ਰੀਕ ਜਦੋਂ ਤੈਨੂੰ ਇਸ ਤਰ੍ਹਾਂ ਵੇਖਣਗੇ, ਪੀੜਾ ਵਿਆਪੇ ਮੁਝੇ ਵਿਸਾਲਾ। ਉਸ ਵੇਲੇ ਮੈਨੂੰ ਬਹੁਤ ਜ਼ਿਆਦਾ ਭਿਆਨਕ ਪੀੜਾ ਵਿਆਪੇਗੀ, ਬਹੁਤ ਜ਼ਿਆਦਾ ਭਿਆਨਕ ਪੀੜਾ ਦੇ ਨਾਲ ਮੇਰਾ ਹਿਰਦਾ ਬੇਬਲ ਹੋਵੇਗਾ। ਨਿਜ ਇਸਤਰੀ ਤਜ ਕਰ ਸੁਤ ਦੋ। ਕਹਿੰਦੇ ਆਪਣੀ ਘਰ ਵਾਲੀ ਨੂੰ ਔਰ ਆਪਣੇ ਦੋਨਾਂ ਪੁੱਤਰਾਂ ਨੂੰ ਛੱਡ ਕੇ ਤੂੰ ਚਲਾ ਗਿਆ ਸੀ। ਨਹੀਂ ਆਏ ਸੁਧ ਲੀਨੀ ਕੋ। ਔਰ ਤੈਂ ਮੁੜ ਕੇ ਆ ਕੇ ਉਹਨਾਂ ਦੀ ਖਬਰ ਨਹੀਂ ਲਈ। ਬਾਬਾ ਮੂਲ ਚੰਦ ਜੀ ਏਦਾਂ ਗੁੱਸੇ ਵਿੱਚ। ਖਾਲਸਾ ਜੀ ਦੁਨਿਆਵੀ ਤੌਰ ਤੇ ਵੇਖੀਏ ਤੇ ਬਾਬਾ ਮੂਲ ਚੰਦ ਜੀ ਆਪਣੀ ਜਗ੍ਹਾ ਤੇ ਸਹੀ ਨੇ। ਜਿਹਨੇ ਆਪਣੀ ਧੀ ਵਿਆਹੀ ਹੋਵੇ, 2 ਦੋਤਰੇ ਹੋਣ ਤੇ ਉਹਦੀ ਪਰਵਰਿਸ਼ ਕਰ ਰਿਹਾ ਹੋਵੇ, ਤੇ ਸੁਭਾਵਕ ਸੀ ਉਹਨਾਂ ਦੇ ਮਨ 'ਚ ਗੁੱਸਾ ਆਉਣਾ। ਪਰ ਉਹ ਇਹ ਨਹੀਂ ਸਨ ਜਾਣਦੇ ਕਿ ਗੁਰੂ ਬਾਬਾ ਜੀ ਦੀ ਖੇਡ ਜਿਹੜੀ ਹੈ ਉਹ ਸੰਸਾਰੀ ਬੰਦਿਆਂ ਵਾਲੀ ਨਹੀਂ,
ਸਤਿਗੁਰੂ ਗੁਰੂ ਨਾਨਕ ਸਾਹਿਬ ਆਪ ਸਵੈੰ ਪਾਰ ਬ੍ਰਹਮ ਪਰਮੇਸ਼ਵਰ ਹਨ। ਬਾਬਾ ਮੂਲ ਚੰਦ ਸਾਹਿਬ ਇਹ ਨਹੀਂ ਸਨ ਜਾਣਦੇ। ਕਹਿੰਦੇ ਦੋਵੇਂ ਆਪਣੇ ਪੁੱਤਰਾਂ ਨੂੰ ਔਰ ਆਪਣੀ ਘਰਵਾਲੀ ਨੂੰ ਮੇਰੇ ਕੋਲ ਛੱਡ ਕੇ ਉਹਨਾਂ ਦੀ ਮੁੜ ਕੇ ਸੁੱਧ ਨਹੀਂ ਲਈ। ਦੋਹਰਾ ਸ੍ਰੀ ਚੰਦ ਜੈ ਰਾਮ ਘਰ ਕੀਨੇ ਆਨੰਦ ਬਿਲਾਸ। ਵੱਡੇ ਪੁੱਤਰ ਤੁਹਾਡੇ ਬਾਬਾ ਸ਼੍ਰੀ ਚੰਦਰ ਜੀ, ਉਹ ਪਹਿਲਾਂ ਤਾਂ ਜੈ ਰਾਮ ਜੀ ਦੇ ਘਰ ਰਹੇ ਆਪਣੀ ਭੂਆ ਬੇਬੇ ਨਾਨਕੀ ਦੇ ਪਾਸ। ਉਹ ਥੋੜੇ ਜਿਹੇ ਹਾਲੇ ਵੱਡੇ ਹੋਏ ਸਨ ਕਿ ਤੁਹਾਡੇ ਬੇਬੇ ਨਾਨਕੀ ਜੀ ਔਰ ਭਾਈਆ ਜੈ ਰਾਮ ਜੀ ਸੱਚਖੰਡ ਗਮਨ ਕਰ ਗਏ। ਉਹ ਪਰਲੋਕ ਗਮਨ ਕਰ ਗਏ। ਜਬ ਕੋ ਤਿਨ ਪਰਲੋਕ ਪਾ ਆਇਓ ਮੋਰ ਆਵਾਸ। ਜਦੋਂ ਦਾ ਉਹਨਾਂ ਦਾ ਪਰਲੋਕ ਗਮਨ ਹੋਇਆ ਬੇਬੇ ਨਾਨਕੀ ਦਾ ਤੇ ਭਾਈਏ ਜੈ ਰਾਮ ਹੋਣਾ ਦਾ, ਉਦੋਂ ਦੇ ਸ਼੍ਰੀ ਚੰਦ ਜੀ ਵੀ ਇੱਥੇ ਮੇਰੇ ਕੋਲ ਨੇ। ਪਹਿਲਾਂ ਤਾਂ ਚਲੋ ਉੱਥੇ ਸੀ, ਛੋਟੇ ਪੁੱਤਰ ਨੂੰ ਮੈਂ ਇੱਥੇ ਪਰਵਰਿਸ਼ ਕਰਕੇ ਪਾਲਦਾ ਸਾਂ, ਪਰ ਜਦੋਂ ਦੇ ਬੇਬੇ ਨਾਨਕੀ ਜੀ ਹੋਣੀ ਸੱਚਖੰਡ ਚਲੇ ਗਏ ਨੇ, ਉਦੋਂ ਦਾ ਬਾਬਾ ਸ਼੍ਰੀ ਚੰਦ ਜੀ ਵੀ ਇੱਥੇ ਮੇਰੇ ਕੋਲ ਹਨ। ਚੌਪਈ ਸਭ ਕੀ ਮੈਂ ਪ੍ਰਤਪਾਰਨ ਕੀਨੀ। ਮੈਂ ਤੁਹਾਡੇ ਪੁੱਤਰਾਂ ਦੀ ਵੀ ਪਾਲਣਾ ਕਰ ਰਿਹਾ, ਤੁਹਾਡੀ ਘਰਵਾਲੀ ਦੀ ਵੀ ਪਾਲਣਾ ਕਰ ਰਿਹਾ। ਨਹੀਂ ਆਏ ਇਨ ਕਬ ਸੁਧ ਲੀਨੀ। ਤੁਹਾਡਾ ਕੋਈ ਫਰਜ਼ ਨਹੀਂ ਨਾ ਪ੍ਰਤੀ, ਆਪਣੇ ਬੱਚਿਆਂ ਪ੍ਰਤੀ, ਆਪਣੇ ਪਰਿਵਾਰ ਪ੍ਰਤੀ ਕੋਈ ਕਰਤੱਵ ਨਹੀਂ। ਕਦੇ ਆ ਕੇ ਇਹਨਾਂ ਦੀ ਖਬਰ ਨਹੀਂ ਲਈ ਇਹ ਜਿਉਂਦੇ ਨੇ ਕਿ ਮਰ ਗਏ ਨੇ। ਹੋਨੋ ਹੁਤੋ ਫਕੀਰ ਜੇ ਐਸੇ। ਨਾਨਕ ਜੇ ਤੂੰ ਫਕੀਰ ਹੀ ਹੋਣਾ ਸੀ, ਜੇ ਤੂੰ ਏਦਾਂ ਦਾ ਫਕੀਰ ਹੀ ਬਣ ਕੇ ਨਿਕਲਣਾ ਸੀ ਘਰ ਛੱਡ ਕੇ, ਨਿਜ ਪਰਿਵਾਰ ਸਹੇਰਿਓ ਕੈਸੇ। ਤੇ ਤੂੰ ਕਾਹਨੂੰ ਮੇਰੀ ਧੀ ਨੂੰ ਆਪਣੇ ਲੜ ਲਾਉਣਾ ਸੀ? ਤੂੰ ਕਿਉਂ ਸ਼ਾਦੀ ਕਰਾਉਣੀ ਸੀ? ਤੂੰ ਕਿਉਂ ਗ੍ਰਸਤੀ ਹੋਇਆ? ਗ੍ਰਸਤੀ ਨਾ ਹੁੰਦਾ, ਤੂੰ ਵਿਆਹ ਕਾਹਨੂੰ ਕਰਾ ਲਿਆ? ਕਾਹਨੂੰ ਪਰਿਵਾਰ ਸਹੇੜਿਆ? ਸ਼੍ਰੀ ਨਾਨਕ ਸੁਨ ਤੇ ਸਭ ਰਹੇ। ਬਾਬਾ ਮੂਲ ਚੰਦ ਜੀ ਜੋ ਜੋ ਬੋਲਦੇ ਰਹੇ ਪਾਤਸ਼ਾਹ ਸੁਣਦੇ ਰਹੇ, ਕੁਝ ਨਹੀਂ ਜਵਾਬ ਦਿੱਤਾ। ਪਾਤਸ਼ਾਹ ਵੇਖ ਰਹੇ ਨੇ ਕਿ ਬਾਬਾ ਮੂਲ ਚੰਦ ਜੀ ਦੀ ਜਿਹੜੀ ਦਸ਼ਾ ਹੈ, ਉਹਨਾਂ ਦੇ ਅੰਦਰ ਦੀ ਵੇਦਨ ਹੈ, ਉਹ ਬੋਲ ਰਹੇ ਨੇ, ਕਹਿ ਰਹੇ ਨੇ। ਵੱਡੇ ਨੇ, ਸਤਿਕਾਰਯੋਗ ਨੇ, ਪਿਤਾ ਸਮਾਨ ਨੇ। ਮਹਾਰਾਜ ਸੱਚੇ ਪਾਤਸ਼ਾਹ ਅਡੋਲ ਬੈਠੇ ਸੁਣਦੇ ਰਹੇ। ਕੋ ਵਾਕ ਨਾ ਮੁਖ ਤੇ ਕਹੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਕੋਈ ਵਾਕ, ਕੋਈ ਬਚਨ ਆਪਣਾ ਪਲਟਵੇਂ ਜਵਾਬ ਵਜੋਂ ਨਹੀਂ ਕਿਹਾ। ਤਬੇ ਅਜਿੱਤੇ ਨੇ ਸਮਝਾਇਓ। ਲਾਗੇ ਅਜਿੱਤਾ ਚੌਧਰੀ ਖੜਾ ਸੀ, ਉਹਨੇ ਸਮਝਾਇਆ ਬਾਬੇ ਮੂਲ ਚੰਦ ਨੂੰ ਗੁੱਸਾ ਕਰਦਾ ਵੇਖ ਕੇ। ਕਹਿਨ ਕਠੋਰ ਨ ਤੁਮ ਬਨ ਆਇਓ। ਕਹਿਣ ਲੱਗੇ ਮੂਲ ਚੰਦ ਏਦਾਂ ਕਠੋਰ ਕਹਿਣਾ ਨਹੀਂ ਬਣਦਾ ਤੈਨੂੰ। ਤੂੰ ਉਹਨਾਂ ਨੂੰ ਆਪਣਾ ਦਮਾਦ ਸਮਝ ਰਿਹਾ, ਪਰ ਉਹ ਤਾਂ ਪਰਮੇਸ਼ਵਰ ਰੂਪ ਨੇ। ਏਦਾਂ ਉਹਨਾਂ ਨਾਲ ਕਠੋਰ ਸ਼ਬਦਾਂ ਦੇ ਨਾਲ ਨਾ ਬੋਲ। ਇਸ ਬਿਦ ਕਹਿ ਨਿਜ ਸਦਨ ਸਿਧਾਇਓ। ਏਦਾਂ ਕਹਿ ਕੇ ਭਾਈ ਅਜਿੱਤਾ ਤੇ ਮੂਲ ਚੰਦ ਜੀ ਵਾਪਸ ਪਰਤੇ। ਬਹੁ ਉੱਤਮ ਭੋਜਨ ਬਣਵਾਇਓ। ਘਰ ਜਾ ਕੇ ਬਾਬੇ ਮੂਲ ਚੰਦ ਨੇ ਵੀ ਚਲੋ ਦਮਾਦ ਆਇਆ ਚਿਰਾਂ ਬਾਅਦ, ਘਰ ਜਾ ਕੇ ਆਖਿਆ ਵੀ ਵਧੀਆ ਪਕਵਾਨ ਤਿਆਰ ਕਰੋ, ਪ੍ਰਸ਼ਾਦਾ ਤਿਆਰ ਕਰੋ, ਭੋਜਨ ਤਿਆਰ ਕਰੋ। ਚਾਰੂ ਚੀਰ ਲੈ ਕਰ ਨਿਜ ਹਾਥਾ। ਭੋਜਨ ਤਿਆਰ ਕਰਵਾ ਲਿਆ। ਮਨ 'ਚ ਇਹ ਸੀ ਵੀ ਫਕੀਰੀ ਕੱਪੜੇ ਪਾਏ ਨੇ, ਚੰਗੇ ਵਧੀਆ ਕੱਪੜੇ ਘਰੋਂ ਲਏ ਵੀ ਜਵਾਈ ਨੂੰ ਇਹ ਪਵਾਵਾਂ ਜਾ ਕੇ, ਵੀ ਜਦੋਂ ਘਰ ਆਉਣਗੇ ਫਕੀਰਾਂ ਵਾਲੇ ਕੱਪੜਿਆਂ ਵਿੱਚ ਤੇ ਮੇਰੇ ਸਾਥੀ ਕੀ ਕਹਿਣਗੇ, ਸੰਬੰਧੀ ਕੀ ਕਹਿਣਗੇ ਵੀ ਇਹਦਾ ਜਵਾਈ ਫਕੀਰ ਬਣ ਗਿਆ ਤੇ ਮੇਰਾ ਬੇਇੱਜ਼ਤੀ ਹੋਵੇਗੀ, ਨਰਾਦਰ ਹੋਵੇਗਾ। ਇਸ ਕਰਕੇ ਬਾਬਾ ਮੂਲ ਚੰਦ ਜੀ ਹੋਣਾ ਨੇ ਘਰੋਂ ਕੋਈ ਚੰਗੇ ਵਧੀਆ ਕੱਪੜੇ ਪਏ ਸਨ, ਉਹ ਲੈ ਲੈ, ਨਾਲੇ ਭੋਜਨ ਪਕਵਾ ਕੇ ਲੈ ਲਿਆ। ਗਮਨਿਓ ਬੋਰ ਨਿਕਟ ਜਗਨਾਥਾ। ਲੈ ਕੇ ਭੋਜਨ ਤੇ ਬਸਤਰ ਜਗਤ ਦੇ ਨਾਥ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਵੱਲ ਗਏ। ਰਿਸ ਸੋ ਜਰਤ ਜਾਸ ਕੀ ਛਾਤੀ। ਗੁੱਸੇ ਨਾਲ ਛਾਤੀ ਸੜਦੀ ਜਾਂਦੀ ਆ ਬਾਬੇ ਮੂਲ ਚੰਦ ਦੀ, ਹਿਰਦਾ ਕ੍ਰੋਧ ਦੇ ਨਾਲ ਭਰਿਆ ਹੋਇਆ। ਬ੍ਰਿਕਤ ਰੀਤ ਹਿਰਦੇ ਨਾ ਸੁਹਾਤੀ। ਸਤਿਗੁਰਾਂ ਦੀ ਜਿਹੜੀ ਰੀਤ ਇਹਨੂੰ ਟੇਢੀ ਪ੍ਰਤੀਤ ਹੁੰਦੀ ਵੀ ਇਹ ਫਕੀਰ ਬਣ ਗਿਆ।
ਉਹ ਨਹੀਂ ਚੰਗੀ ਲੱਗਦੀ। ਹੁਣ ਉਹ ਫਕੀਰੀ ਵਾਲੀ ਮਹਾਰਾਜ ਜੀ ਦੀ ਮਰਿਆਦਾ ਚੰਗੀ ਨਹੀਂ ਲੱਗਦੀ ਬਾਬਾ ਮੂਲ ਚੰਦ ਜੀ ਨੂੰ। ਭੋਜਨ ਧਰ ਕੇ ਗਿਰਾ ਅਲਾਈ। ਮਹਾਰਾਜ ਜੀ ਕੋਲ ਲਿਆ ਕੇ ਭੋਜਨ ਰੱਖਿਆ ਤੇ ਬਾਬਾ ਮੂਲ ਚੰਦ ਸਾਹਿਬ ਜੀ ਬੋਲੇ, ਖਾਵੋ ਤੂੰ ਨਿਤ ਕੋ ਦੁਖਦਾਈ। ਪ੍ਰਸ਼ਾਦਾ ਕੇ ਰੱਖ ਕੇ ਨਾ ਕਹਿੰਦੇ ਉਹ ਰੋਜ਼ ਦੇ ਦੁੱਖ ਦੇਣੇ ਆ। ਮਹਾਰਾਜ ਜੀ ਨੂੰ ਕਹਿੰਦੇ ਉਹ ਰੋਜ਼ ਦੇ ਦੁੱਖ ਦੇਣੇ ਆ, ਰੋਜ਼ ਹੀ ਦੁੱਖ ਦੇਣਾ ਤੈਂ, ਆ ਲੈ ਖਾ ਲੈ ਪ੍ਰਸ਼ਾਦਾ। ਏਦਾਂ ਮਹਾਰਾਜ ਜੀ ਅੱਗੇ ਪ੍ਰਸ਼ਾਦਾ ਰੱਖਿਆ। ਦੋਹਰਾ ਬੀਕ ਫਕੀਰੀ ਤਜੋ ਅਬ ਪਹਿਰੋ ਬਸਨ ਜਚਾਰੂ। ਆ ਛੱਡ ਫਕੀਰਾਂ ਵਾਲਾ ਭੇਸ, ਇਹ ਫਕੀਰੀ ਲਿਬਾਸ ਲਾ ਕੇ ਤੇ ਆ ਵੇਖ ਮੈਂ ਵਧੀਆ ਕੱਪੜੇ ਲਿਆਇਆ, ਇਹ ਬੰਦਿਆਂ ਵਾਲੇ ਕੱਪੜੇ ਨੇ ਪਾ। ਆ ਕੀ ਭੇਖ ਧਾਰਨ ਕੀਤਾ, ਕਿਹੜਾ ਫਕੀਰੀ ਲਿਬਾਸ ਧਾਰਿਆ, ਇਹ ਲਾ ਦੇ। ਇਹਨੂੰ ਛੱਡ ਕੇ ਆ ਬੰਦਿਆਂ ਵਾਲੇ ਕੱਪੜੇ ਲਿਆਇਆ, ਇਹ ਪਾ ਲੈ, ਸਰੀਰ ਤੇ ਧਾਰਨ ਕਰ ਲੈ। ਹਮਰੇ ਸੋਦਰ ਬੰਦ ਜੇ ਤਿਨ ਮੈਨੇ ਕਰ ਖੁਆਰ। ਜਿਵੇਂ ਬਾਹਰ ਵਿਚਰਦਾ ਰਿਹਾ ਠੀਕ ਹੈ, ਪਰ ਹੁਣ ਮੇਰੇ ਨਗਰ ਵਿੱਚ ਆਇਆ, ਮੇਰੇ ਭਰਾਵਾਂ ਵਿੱਚ, ਮੇਰੇ ਸ਼ਰੀਕਾਂ ਵਿੱਚ, ਮੇਰੇ ਸੰਬੰਧੀਆਂ ਵਿੱਚ ਮੇਰੀ ਬੇਇੱਜ਼ਤੀ ਨਾ ਕਰਾ ਏਦਾਂ ਦੇ ਕੱਪੜੇ ਪਾ ਕੇ। ਮੇਰਾ ਨਿਰਾਦਰ ਹੁੰਦਾ, ਏਦਾਂ ਮੇਰੀ ਖੁਆਰੀ ਨਾ ਕਰ। ਚੋਪਈ ਪਹਿਰੇ ਚੀਰ ਨਾ ਭੋਜਨ ਖਾਈ। ਸਤਿਗੁਰੂ ਜੀ ਅਡੋਲ ਬੈਠੇ ਨੇ, ਨੇਤਰਾਂ 'ਚ ਮਸਤੀ ਹੈ, ਹਿਰਦਾ ਪਰਮਾਨੰਦ ਨਾਲ ਭਰਿਆ। ਬਾਬਾ ਮੂਲ ਚੰਦ ਸਾਹਿਬ ਜੀ ਦੇ ਬਚਨ ਸੁਣ ਕੇ ਪਾਤਸ਼ਾਹ ਦੇ ਹਿਰਦੇ ਤੇ ਉਹਨਾਂ ਬੋਲਾਂ ਦਾ ਕੋਈ ਅਸਰ ਨਹੀਂ। ਅਡੋਲ ਨੇ, ਕੋਈ ਉਪਮਾ ਕਰੇ ਤਾਂ, ਕੋਈ ਨਿੰਦਾ ਕਰੇ, ਅਪਮਾਨ ਕਰੇ ਤਾਂ ਇੱਕ ਸਮਾਨ ਬਿਰਤੀ 'ਚ ਰਹਿੰਦੇ ਆ ਸਤਿਗੁਰੂ। ਮਹਾਰਾਜ ਜੀ ਨੇ ਨਾ ਤਾਂ ਭੋਜਨ ਛਕਿਆ, ਨਾ ਹੀ ਉਹ ਜਿਹੜੇ ਬਸਤਰ ਲਿਆਏ ਸਨ ਬਾਬਾ ਮੂਲ ਚੰਦ ਜੀ, ਉਹ ਬਸਤਰ ਵੀ ਸਤਿਗੁਰਾਂ ਨੇ ਗ੍ਰਹਿਣ ਨਹੀਂ ਕੀਤੇ। ਸ਼੍ਰੀ ਪ੍ਰਭ ਮੁਖ ਤੇ ਬੋਲਤ ਨਾਈ। ਮੂਲ ਚੰਦ ਬੋਲੀ ਜਾਂਦਾ ਪਰ ਸਤਿਗੁਰੂ ਜੀ ਨਹੀਂ ਕੁਝ ਬੋਲਦੇ। ਪਾਤਸ਼ਾਹ ਜੀ ਕੋਈ ਜਵਾਬ ਨਹੀਂ ਦਿੰਦੇ ਅੱਗੋਂ। ਸ੍ਰੀ ਚੰਦ ਤਬ ਲਖਮੀ ਦਾਸਾ। ਇਹਨੇ ਨੂੰ ਮੇਰੇ ਸਾਹਿਬ ਜਗਤ ਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਲਖਤੇ ਜਿਗਰ, ਮੇਰੇ ਗਰੀਬ ਨਵਾਜ ਪਾਤਸ਼ਾਹ ਦੇ ਸੋਹਣੇ ਫਰਜ਼ੰਦ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਔਰ ਬਾਬਾ ਲਖਮੀ ਦਾਸ ਜੀ ਮਹਾਰਾਜ, ਇਹ ਦੋਵੇਂ ਸਾਹਿਬਜ਼ਾਦੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਏ ਹਨ। ਬੰਧਨ ਕੀਨ ਆਨ ਪਿਤ ਪਾਸਾ। ਆਪਣੇ ਪਿਤਾ ਗੁਰੂ ਦੇ ਦਰਸ਼ਨ ਬੜੇ ਵਰਿਆਂ ਬਾਅਦ ਕੀਤੇ ਹਨ ਦੋਨਾਂ ਪੁੱਤਰਾਂ ਨੇ। ਆ ਕੇ ਬੜੇ ਅਦਬ ਨਾਲ, ਸਤਕਾਰ ਨਾਲ ਜਗਤ ਗੁਰੂ ਗਰੀਬ ਨਵਾਜ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਔਰ ਬਾਬਾ ਲਖਮੀ ਦਾਸ ਜੀ ਨੇ ਨਮਸਕਾਰ ਕੀਤੀ ਹੈ। ਬੈਠਿਓ ਪੈਰ ਬਤੀਤਿਓ ਜਬਈ। ਸਤਿਗੁਰੂ ਜੀ ਬੈਠੇ ਰਹੇ, ਸਾਹਿਬਜ਼ਾਦੇ ਵੀ ਕੋਲ ਬੈਠੇ ਨੇ। ਬੈਠਿਆਂ ਬੈਠਿਆਂ ਤਕਰੀਬਨ 1 ਪਹਿਰ ਦਾ ਸਮਾਂ, ਯਾਨੀ ਕਿ 3 ਕੁ ਘੰਟੇ ਬੀਤ ਗਏ। ਪਹਿਰਿਓ ਖਾਇਓ ਨੈ ਕਿਛ ਤਬਈ। ਨਾ ਮਹਾਰਾਜ ਜੀ ਨੇ ਭੋਜਨ ਛਕਿਆ ਤੇ ਨਾ ਹੀ ਉਹ ਜਿਹੜੇ ਬਸਤਰ ਸਨ ਉਹ ਧਾਰਨ ਕੀਤੇ। ਬਸ ਨਾ ਬਸਾਵੇਂ ਰਿਸਿਓ ਬਿਸਾਲਾ। ਬਾਬੇ ਮੂਲ ਚੰਦ ਦਾ ਵਸ ਨਹੀਂ ਪਿਆ ਚੱਲਦਾ ਕੋਈ, ਪਰ ਗੁੱਸਾ ਬਹੁਤ ਹੈ ਮਨ 'ਚ। ਰਿਸ ਕਹਿੰਦੇ ਆ ਗੁੱਸੇ ਨੂੰ, ਗੁੱਸੇ ਨਾਲ ਹਿਰਦਾ ਭਰਿਆ ਪਿਆ। ਉੱਠ ਆਇਓ ਮੂਲਾ ਤੇ ਕਾਲਾ। ਜਦੋਂ ਵੇਖਿਆ ਵੀ ਨਾ ਭੋਜਨ ਛਕਦੇ ਨੇ, ਨਾ ਬਸਤਰ ਪਹਿਨਦੇ ਨੇ, ਬਾਬਾ ਮੂਲ ਚੰਦ ਜੀ ਉੱਥੋਂ ਉੱਠੇ। ਜਦੋਂ ਬੇਵਸੀ ਵੇਖੀ ਵੀ ਇਹ ਤਾਂ ਮੰਨਦਾ ਨਹੀਂ, ਹੋਰ ਬਸ ਚੱਲਦਾ ਨਹੀਂ ਕੁਝ, ਉੱਥੋਂ ਵਾਪਸ ਚੱਲ ਕੇ ਆ ਗਏ। ਸ਼੍ਰੀ ਪ੍ਰਭ ਰਹੇ ਬਿਰਾਜਤ ਤਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉੱਥੇ ਹੀ ਬਿਰਾਜਦੇ ਰਹੇ, ਉੱਥੇ ਹੀ ਬੈਠੇ ਰਹੇ। ਜਿਨ ਕੇ ਦੇਖਤ ਦੋਖ ਨਸਾਈ। ਆਹ ਐਸੇ ਸਤਿਗੁਰੂ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਦੋਖ ਨਸ ਜਾਂਦੇ ਹਨ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਜਨਮ ਤੇ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ, ਐਸੇ ਸਤਿਗੁਰੂ ਜੀ ਉੱਥੇ ਹੀ ਅਡੋਲ ਬੈਠੇ ਰਹੇ। ਜੇ ਮਹਿਮਾ ਜਾਣੇ ਗੁਰ ਕੇਰੀ। ਜਿਹੜੇ ਸਤਿਗੁਰਾਂ ਦੀ ਮਹਿਮਾ ਜਾਣਦੇ ਸਨ ਇਲਾਕੇ ਵਿੱਚ, ਜਿਨ੍ਹਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਏ ਹਨ, ਸੇ ਆਵੇਂ ਤੈਂ ਦਰਸ਼ਨ ਹੇਰੀ। ਉਹ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ,
ਮਹਾਰਾਜ ਜੀ ਦੇ ਦੀਦਾਰ ਪਰਸਦੇ ਹਨ। ਬੰਦਨ ਕਰੇ ਜਨਮ ਫਲ ਪਾਵੇ। ਸਤਿਗੁਰੂ ਜੀ ਦੇ ਚਰਨਾਂ ਤੇ ਬੰਦਨਾ ਕਰਕੇ ਨਮਸਕਾਰ ਕਰਕੇ ਆਪਣੇ ਮਨੁੱਖੀ ਜਨਮ ਦਾ ਫਲ ਪ੍ਰਾਪਤ ਕਰਦੇ ਹਨ। ਰਹੇ ਨਿਕਟ ਪੁਨ ਸਦਨ ਸਿਧਾਵੇ। ਕੁਝ ਸਮਾਂ ਸਤਿਗੁਰਾਂ ਦੇ ਚਰਨਾਂ 'ਚ ਬੈਠ ਕੇ ਬਚਨ ਸੁਣ ਕੇ ਮਹਾਰਾਜ ਜੀ ਕੋਲੋਂ ਵਿਦਾ ਹੋ ਕੇ ਘਰਾਂ ਨੂੰ ਪਰਤਦੇ ਹਨ। ਕੋ ਆਵੇ ਕੋ ਕਰੇ ਪਿਆਨਾ। ਮਹਾਰਾਜ ਜੀ ਦੇ ਦਰਸ਼ਨਾਂ ਨੂੰ ਕੋਈ ਆ ਰਿਹਾ ਹੈ, ਕੋਈ ਦਰਸ਼ਨ ਕਰਕੇ ਜਾ ਰਿਹਾ ਹੈ। ਪੀਰ ਪੂਰ ਹੋਈ ਤੈ ਥਾਨਾ। ਤੇੜੇ ਤੇੜੇ ਪੱਖੋਂ ਕੇ ਰੰਧਾਵੇ ਤੋਂ, ਬਟਾਲੇ ਤੋਂ, ਆਲੇ ਦੁਆਲੇ ਨਗਰਾਂ ਤੋਂ ਬੇਅੰਤ ਸੰਗਤਾਂ ਚੱਲ ਕੇ ਮਹਾਰਾਜ ਜੀ ਦੇ ਪਾਸ ਆ ਰਹੀਆਂ ਹਨ। ਬਹੁਤ ਸੰਗਤਾਂ ਦਾ ਵੱਡਾ ਭਾਰੀ ਇਕੱਠ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਹੋਇਆ। ਲੈ ਉਪਦੇਸ਼ ਸਿੱਖ ਕੋ ਹੋਵੇ। ਕਈ ਆ ਕੇ ਸਤਿਗੁਰਾਂ ਦਾ ਉਪਦੇਸ਼ ਲੈ ਕੇ ਗੁਰੂ ਪਾਤਸ਼ਾਹ ਦੇ ਚਰਨਾਂ ਦੀ ਪੌਲ ਲੈ ਕੇ ਗੁਰਸਿੱਖੀ ਦਾ ਦਾਨ ਪ੍ਰਾਪਤ ਕਰ ਰਹੇ ਹਨ। ਸਿਮਰੈ ਨਾਮ ਸਕਲ ਅਗ ਖੋਵੇ। ਔਰ ਨਾਮ ਸਿਮਰਦੇ ਹਨ, ਜਿਹੜਾ ਨਾਮ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਆ। ਜਿਸ ਨਾਮ ਦਾ ਸਿਮਰਨ ਕੀਤਿਆਂ ਤਿਨਾਂ ਦੇ ਸਾਰੇ ਪਾਪ ਕੱਟੇ ਜਾ ਰਹੇ ਹਨ। ਇੱਕ ਤੇ ਦੂਸਰ ਮਹਿਮਾ ਸੁਣ ਕੇ। ਇੱਕ ਤੋਂ ਦੂਸਰਾ ਮਹਿਮਾ ਸੁਣਦਾ ਹੈ। ਆਏ ਪਰੇ ਚਰਨਨ ਗੁਰ ਗੁਣ ਕੇ। ਉਹ ਆ ਕੇ ਸਤਿਗੁਰਾਂ ਦੇ ਗੁਣ ਗੁਣ ਕੇ ਚਰਨੀ ਪੈਂਦਾ। ਦੂਸਰੇ ਤੋਂ ਤੀਸਰਾ ਸੁਣਦਾ, ਤੀਸਰੇ ਤੋਂ ਚੌਥਾ। ਇਉਂ ਸਤਿਗੁਰਾਂ ਦੇ ਚਰਨਾਂ 'ਚ ਵਹੀਰਾਂ ਘੱਤ ਕੇ ਸੰਗਤਾਂ ਆ ਰਹੀਆਂ ਹਨ। ਕਿਤਕ ਕਾਮਨਾ ਧਰ ਕਰ ਸੇਵੇਂ। ਕਈ ਆਪਣੇ ਮਨਾਂ 'ਚ ਕਾਮਨਾਵਾਂ ਲੈ ਕੇ, ਛਾਵਾਂ ਲੈ ਕੇ ਆਉਂਦੇ ਐ ਔਰ ਸਤਿਗੁਰਾਂ ਦੀ ਸੇਵਾ ਕਰਦੇ ਹਨ। ਜੋ ਇੱਛੇ ਬਿਨ ਸੰਸੈ ਲੇਵੇਂ। ਜੋ ਇੱਛਾ ਕਰਦੇ ਨੇ ਆ ਕੇ ਬਿਨਾਂ ਸੰਦੇਹ ਤੋਂ ਤਿਨਾਂ ਦੀਆਂ ਇੱਛਾਵਾਂ ਪੂਰਨ ਹੁੰਦੀਆਂ ਹਨ। ਨਿਰਮਲ ਮਨ ਕਰਨੇ ਕੇ ਹੇਤਾ। ਤਿਨਾਂ ਦਾ ਮਨ ਨਿਰਮਲ ਕਰਨੇ ਵਾਸਤੇ ਰਹੇ ਕਿਤਕ ਟਿਗ ਪ੍ਰੀਤ ਸਮੇਤਾ। ਅੱਛਾ ਉਪਦੇਸ਼ ਦਿੰਦੇ। ਕਈ ਪ੍ਰੇਮੀ ਆਉਂਦੇ ਆ ਸੇਵਕ ਆਪਣੇ ਹਿਰਦੇ ਨੂੰ ਸ਼ੁੱਧ ਕਰਨ ਵਾਸਤੇ ਸਤਿਗੁਰਾਂ ਦੇ ਚਰਨਾਂ ਪਾਸ ਰਹਿੰਦੇ ਆ, ਪ੍ਰੇਮ ਨਾਲ ਮਹਾਰਾਜ ਜੀ ਦੀ ਸੰਗਤ ਕਰਦੇ ਹਨ। ਸਤ ਸੰਗਤ ਹੋਵਨ ਬਹੁ ਲਾਗੀ। ਇਉਂ ਸਤਿਗੁਰਾਂ ਦੇ ਚਰਨਾਂ 'ਚ ਸਤ ਸੰਗ ਦੀਆਂ ਲਹਿਰਾਂ ਚੱਲ ਪਈਆਂ। ਸਤ ਸੰਗਤ ਨਿਤ ਹੋਣ ਲੱਗੀ। ਕਰੇ ਕੀਰਤਨ ਸ਼ਰਧਾ ਜਾਗੀ। ਕੀਰਤਨ ਕਰਨ ਲੱਗੇ ਸਭ ਦੇ ਮਨਾਂ 'ਚ ਸ਼ਰਧਾ ਜਾਗ ਪਈ, ਰੰਗ ਲੱਗ ਗਿਆ। ਦਰਸ਼ਨ ਕੇਰ ਪ੍ਰਤਾਪ ਵਿਸ਼ਾਲਾ। ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਦਾ ਹੀ ਐਡਾ ਵੱਡਾ ਪ੍ਰਤਾਪ ਹੈ। ਕਿਉਂ ਨਾ ਚਲੇ ਨੀਕੀ ਨਰ ਚਾਲਾ। ਕਿਉਂ ਨਾ ਲੋਕ ਭਲੀ ਚਾਲ ਚੱਲਣ। ਗੁਰੂ ਸਾਹਿਬ ਦੇ ਦਰਸ਼ਨਾਂ ਦਾ ਹੀ ਐਡਾ ਵੱਡਾ ਪ੍ਰਤਾਪ ਹੈ। ਜਿਹੜਾ ਦਰਸ਼ਨ ਕਰਦਾ ਬਦੋ ਬਦੀ ਉਹਦਾ ਮਨ ਭਲੇ ਕੰਮਾਂ ਵਿੱਚ ਲੱਗਦਾ, ਭਲੇ ਕਰਮਾਂ 'ਚ ਪ੍ਰਵਿਰਤ ਹੁੰਦਾ ਹੈ। ਨਾ ਚਾਹੁੰਦਿਆਂ ਹੋਇਆਂ ਵੀ ਉਹਦੇ ਕੋਲੋਂ ਭਲਾ ਹੀ ਹੁੰਦਾ। ਜਿਹੜਾ ਸਤਿਗੁਰਾਂ ਦੇ ਦਰਸ਼ਨ ਕਰਦਾ ਐਡਾ ਵੱਡਾ ਪ੍ਰਤਾਪ ਹੈ। ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦਾ ਭਾਈ ਅਜਿੱਤੇ ਤੇ ਕਿਰਪਾ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਸਾਧ ਸੰਗਤ ਜੀ, ਬੇਨਤੀ ਹੈ ਕਿ 14 ਜੂਨ ਤੋਂ 20 ਜੂਨ ਤੱਕ ਬੱਚਿਆਂ ਦਾ ਇੱਕ ਗੁਰਮਤਿ ਸਿਖਲਾਈ ਕੈਂਪ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਲੱਗ ਰਿਹਾ ਹੈ। ਸਮੂਹ ਸੰਗਤਾਂ ਨੂੰ ਬੇਨਤੀ ਹੈ, ਛੁੱਟੀਆਂ ਦੇ ਦਿਨ ਨੇ, ਬੱਚਿਆਂ ਨੂੰ ਉਸ ਗੁਰਮਤਿ ਸਿਖਲਾਈ ਕੈਂਪ ਵਿੱਚ ਗੁਰਮਤਿ ਦੀ ਬੇਸਿਕ ਸਿੱਖੀ ਜਿਹੜੀ ਬੋਧ ਹੈ, ਉਹ ਬੋਧ ਜਿਹੜਾ ਹੈ ਉਹ ਦਿੱਤਾ ਜਾਵੇਗਾ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ ਵੱਲੋਂ। ਤੋ ਇੱਥੇ ਰਿਹਾਇਸ਼ੀ ਕੈਂਪ ਵੀ ਹੈ। ਜਿਹੜੇ ਬੱਚੇ ਬਾਹਰੋਂ ਆਉਣਗੇ ਉਹਨਾਂ ਦੀ ਰਿਹਾਇਸ਼ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਸ ਗੁਰਮਤਿ ਸਿਖਲਾਈ ਕੈਂਪ ਵਿੱਚ ਹਿੱਸਾ ਦਿਵਾਉਣਾ, ਉਹ ਹੈੱਡ ਗ੍ਰੰਥੀ ਸਾਹਿਬ ਦੇ ਦਫ਼ਤਰ 'ਚੋਂ ਫਾਰਮ ਲੈ ਜਾਓ ਔਰ ਉਹ ਫਾਰਮ ਭਰ ਕੇ ਇੱਥੇ ਜਮ੍ਹਾਂ ਕਰਾ ਦਿਓ, ਤਾਂ ਜੋ ਬੱਚਿਆਂ ਦੇ ਗੁਰਮਤਿ ਸਿਖਲਾਈ ਕੈਂਪ ਦਾ ਸਹੀ ਪ੍ਰਬੰਧ ਜਿਹੜਾ ਹੈ ਉਹ ਕੀਤਾ ਜਾ ਸਕੇ। 14 ਜੂਨ ਤੋਂ 20 ਜੂਨ ਤੱਕ ਇਹ ਸਿਖਲਾਈ ਕੈਂਪ ਲੱਗਣਾ। ਇਹਦੇ ਤੋਂ ਫਾਇਦਾ ਉਠਾਓ ਜੀ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾਂ ਕੀ ਸਦਾ ਬਵੇਕ ਹੈ ਅਪਰੰਪਰ ਹਰ ਹਰੇ ਹੈ ਪੀਓ ਅਣਹਾਰ हे संतः कै सदा संग ਧਾਰਾ ਆਧਾਰ हे ठाकुर हूँ दासरो ਮੈਂ ਨਿਰਗੁਣ ਗੁਣ ਨਹੀਂ ਕੋਈ नानक दीजै नाम दान ਰਾਖੋ ਹੀ ਐ ਪਰੋਏ आए प्रभ शरणागति ਕਿਰਪਾ ਨਿਦ ਦਿਆਲ एक अखर हर मन बस्त ਨਾਨਕ ਹੋਤ ਨਿਹਾਲ वाहिगुरु नाम जहाज है ਚੜੇ ਸੋ ਤੇਰੇ ਪਾਰ जो शरदा कर सेवंदे ਗੁਰ ਪਾਰ ਉਤਾਰ ਨਿਹਾਰ वाहिगुरु नाम जहाज है ਚੜੇ ਸੋ ਤੇਰੇ ਪਾਰ जो शरदा कर सेवंदे ਗੁਰ ਪਾਰ ਉਤਾਰ ਨਿਹਾਰ वाहिगुरु जी का खालसा वाहिगुरु जी की फतेह। ਪਿੱਛੇ ਕਰੇ
ਵਾਹਿਗੁਰੂ ਵਾਹਿਗੁਰੂ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 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 ਜੀ वंदन आने के बार सर्व कला समरथ भुवन तेरा खो डोलन डोलन